ਸਤਨਾਮ ਵਾਹਿਗੁਰੂ ਸਾਹਿਬ ਜੀ। ਮੈਂ ਬੰਦਾ ਬੈ ਖਰੀਦ, ਸੱਚ ਸਾਹਿਬ ਮੇਰਾ। ਜੀਉ ਪਿੰਡ ਸਭ ਤਿਸ ਦਾ, ਸਭ ਕਿਛ ਹੈ ਤੇਰਾ। ਮਾਣ ਨਿਮਾਣੇ ਤੂੰ ਤਣੀ, ਤੇਰਾ ਪਰਵਾਸਾ। ਬਿਨ ਸਾਚੇ ਅਨ ਟੇਕ ਹੈ, ਸੋ ਜਾਣੋ ਕਾਚਾ। ਪਿੰਗੁਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ। ਅੰਧੁਲੈ ਤ੍ਰਿਭਵਨ ਸੂਜਿਆ, ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ। ਮੈਲ ਕੋਈ ਕੋਟ ਅਗਹਰੇ, ਨਿਰਮਲ ਪਏ ਚੀਤਾ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹੋ ਕਰੀ ਵਖਿਆਨ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਅਵਰਹਿ ਕਉ ਉਪਦੇਸ ਤੇ, ਮੁਖ ਮੈਂ ਪਰ ਹੈ ਰੇਤ। ਰਾਸ ਬਿਰਾਨੀ ਰਾਖਤੇ, ਖਾਇਆ ਘਰ ਕਾ ਖੇਤ। ਕਬੀਰ ਸਾਧੂ ਕੀ ਸੰਗਤ ਰਹੋ, ਜੋ ਕੀ ਭੂਸੀ ਖਾਓ। ਹੋਨਹਾਰ ਸੋ ਹੋਏ ਹੈ, ਸਾਕਤ ਸੰਗ ਨਾ ਜਾਓ। ਕਬੀਰ ਸੰਗਤ ਸਾਧ ਕੀ, ਦਿਨ ਦਿਨ ਦੂਨਾ ਹੇਤ। ਸਾਕਤ ਕਾਰੀ ਕਾਂਬਰੀ, ਧੋਏ ਹੋਏ ਨਾ ਸੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਭਗਤ ਵਛਲ, ਕਿਰਪਾ ਨਿਧ ਦਇਆ ਨਿਧ, ਕਰੁਣਾ ਨਿਧ ਗੁਣ ਨਿਧ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ ਸਤਿਗੁਰੂ ਸਾਹਿਬ ਜੀ ਦੀ ਅਪਾਰ ਮਿਹਰਾਮਤ ਬਖਸ਼ਿਸ਼ ਹੈ, ਅਪਾਰ ਤਰਸ ਹੈ ਸਤਿਗੁਰੂ ਸਾਹਿਬ ਜੀ ਦਾ।
ਜੋ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਜ਼ਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਕੀਰਤਨ ਦੁਆਰਾ ਨਾਮ ਰਸੀ ਅਵਸਥਾ ਨੂੰ ਪ੍ਰਾਪਤ ਕਰਨ ਦਾ, ਸ਼ਬਦ ਵਿਚਾਰ ਦੁਆਰਾ ਆਪਣੇ ਜੀਵਨ ਅੰਦਰ ਗੁਰ ਸ਼ਬਦ ਦਾ ਦੀਪਕ ਜਲਾਉਣ ਦਾ, ਤੇ ਇਸੇ ਪ੍ਰਕਾਰ ਯਾਦ ਦੁਆਰਾ ਆਪਣੇ ਜੀਵਨ ਨੂੰ ਪ੍ਰਭੂ ਦੇ ਵਿੱਚ ਅਭੇਦ ਕਰਨ ਦਾ ਉੱਤਮ ਅਵਸਰ ਬਖਸ਼ਿਸ਼ ਕਰਕੇ ਨਵਾਜਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਸੰਗਤ ਰੂਪ ਵਿੱਚ ਉੱਤਮ ਕਰਮ ਨੂੰ ਦ੍ਰਿੜ ਕਰਦਿਆਂ ਹੋਇਆਂ ਸਤਿਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਨ ਦਾ ਨਿਰਮਲ ਯਤਨ ਕਰ ਰਹੇ ਹੋ। ਕਿਉਂਕਿ ਸਤਿਗੁਰੂ ਸਾਹਿਬ ਜੀ ਦੀ ਬਾਣੀ 'ਚ ਜਦ ਅਸੀਂ ਸੰਗਤ ਦਾ ਮਹਾਤਮ ਪੜ੍ਹਦੇ ਹਾਂ ਔਰ ਉਹ ਸੰਗਤ ਜਿਹੜੀ ਸਤਿਗੁਰੂ ਦੀ ਕਿਰਪਾ ਦੇ ਕਰਕੇ ਜੁੜੀ ਹੈ, ਦੁਨੀਆ ਦੇ ਵਿੱਚ ਬਹੁਤ ਮਜਲਸਾਂ ਜੁੜਦੀਆਂ ਨੇ, ਉਹਨਾਂ ਦਾ ਬੜੇ ਗਿਆਨਮਈ ਪ੍ਰਯੋਜਨ ਵੀ ਹੁੰਦੇ ਨੇ, ਉਹਨਾਂ ਦਾ ਇੱਕ ਆਪਣਾ ਉੱਚ ਸਤਰ ਵੀ ਹੁੰਦਾ ਹੈ ਉਹਨਾਂ ਮਜਲਸਾਂ ਦਾ, ਪਰ ਫਿਰ ਵੀ ਗੁਰਸਿੱਖ ਦੇ ਲਈ ਸਤਿਗੁਰੂ ਦੀ ਸ਼ਰਨ ਜੁੜ ਕੇ ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਜੀਵਨ ਦੇ ਪ੍ਰਕਾਸ਼ ਨੂੰ ਗੁਰੂ ਸ਼ਬਦ ਵਿੱਚੋਂ ਗ੍ਰਹਿਣ ਕਰਨਾ ਅਤੇ ਫਿਰ ਉਹਦੇ ਅਨੁਸਾਰ ਗੁਰਮੁਖਾਂ ਵਰਗੀ ਕਰਮਸ਼ੀਲਤਾ ਧਾਰਨ ਕਰਨੀ, ਇਹ ਜਿਹਾ ਜਿਹੜਾ ਮਹਾਤਮ ਹੈ, ਅਜਿਹਾ ਜੋ ਫਲ ਦੀ ਪ੍ਰਾਪਤੀ ਹੈ, ਉਹ ਕੇਵਲ ਗੁਰੂ ਕੇ ਚਰਨ ਜੁੜੀ ਰੂਪ ਸੰਗਤ ਦੇ ਵਿੱਚ ਹੁੰਦੀ ਹੈ। ਸੋ ਆਪ ਜੀ ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਵਿਆਖਿਆ ਸ਼ਰਵਣ ਕਰ ਰਹੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਲੜੀਵਾਰ ਵਿਆਖਿਆ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਅਵਰਹਿ ਕਉ ਉਪਦੇਸ ਤੇ, ਮੁਖ ਮੈਂ ਪਰ ਹੈ ਰੇਤ। ਲੜੀਵਾਰ ਸ਼ਲੋਕਾਂ ਦੇ ਰੂਪ ਵਿੱਚ ਭਗਤ ਕਬੀਰ ਸਾਹਿਬ ਜੀ ਸਾਨੂੰ ਸ਼ਬਦ ਰੂਪ ਵਿੱਚ ਅਧਿਆਤਮਿਕ ਜੀਵਨ ਦੇ, ਇਸੇ ਪ੍ਰਕਾਰ ਗੁਰਮੁਖ ਜੀਵਨ ਦੇ ਅਤੇ ਇੱਕ ਉੱਤਮ ਸਾਧਕ ਹੋਣ ਦੇ ਜਿਤਨੇ ਵੀ ਪੱਖ ਇੱਕ ਜੀਵ ਨੂੰ ਲੋੜੀਂਦੇ ਹਨ, ਉਹਨਾਂ ਸਾਰੇ ਪੱਖਾਂ ਦੇ ਉੱਪਰ ਭਗਤ ਕਬੀਰ ਸਾਹਿਬ ਜੀ ਨੇ ਆਪਣਾ ਸ਼ਬਦ ਅਨੁਭਵ ਸਾਡੇ ਸਾਹਮਣੇ ਉਪਦੇਸ਼ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਲੜੀਵਾਰ ਸ਼ਲੋਕਾਂ ਦੇ ਵਿੱਚ ਇਸ ਤੋਂ ਪਹਿਲੇ ਸ਼ਲੋਕਾਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਜਗਤ ਦੇ ਵਿੱਚ ਸੰਸਾਰ ਦੇ ਪਦਾਰਥਾਂ ਨੂੰ ਜਾਂ ਹੋਰ ਸਾਰੇ ਕਾਰਨਾਂ ਨੂੰ ਆਪਣੇ ਅੰਦਰ ਦਖਲ ਦੇ ਕੇ ਮਨੁੱਖ ਬਹੁਤ ਸਾਰੀਆਂ ਆਸਾਵਾਂ ਨੂੰ ਜਨਮ ਦਿੰਦਾ ਹੈ ਔਰ ਕਈ ਵਾਰੀ ਉਹ ਆਸਾਂ ਪੂਰਨ ਹੋ ਜਾਂਦੀਆਂ ਨੇ, ਕਈ ਵਾਰੀ ਅਧੂਰੀਆਂ ਰਹਿ ਜਾਂਦੀਆਂ ਨੇ। ਜਿਹੜੀਆਂ ਅਧੂਰੀਆਂ ਰਹਿ ਜਾਂਦੀਆਂ ਨੇ ਉਹਨਾਂ ਦੇ ਪੂਰੇ ਹੋਣ ਦੀ ਮਨਸਾ ਬਣੀ ਰਹਿੰਦੀ ਹੈ ਅਤੇ ਮਨੁੱਖ ਸਦਾ ਭਰਮਦਾ ਰਹਿੰਦਾ। ਇਸ ਕਰਕੇ ਇੱਕੋ ਸਰਬ ਪ੍ਰਤਪਾਲਕ ਅਕਾਲ ਪੁਰਖ ਉੱਪਰ ਜੀਵ ਦੀ ਆਸ ਕੇਂਦਰਿਤ ਹੋਣੀ ਚਾਹੀਦੀ ਹੈ। ਇਸੇ ਪ੍ਰਕਾਰ ਜਿਹੜੇ ਧਾਰਮਿਕ ਲੋਕ ਕੁਝ ਸਾਧਨਾ ਕਰਕੇ, ਕੁਝ ਗਿਆਨ ਦੀ ਪ੍ਰਤਿਭਾ ਕਮਾ ਕੇ, ਕੁਝ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਥੋੜ੍ਹਾ ਬਹੁਤਾ ਉੱਚਾ ਸੁੱਚਾ ਜੀਵਨ ਬਣਾ ਲੈਂਦੇ ਹਨ ਅਤੇ ਫਿਰ ਦੁਨਿਆਵੀ ਤਲ 'ਤੇ ਭਰਮ ਜਾਂਦੇ ਹਨ ਆਪਣੇ ਸਿੱਖ ਸਾਖਾ ਚੇਲੇ ਆਦਿਕ ਬਣਾਉਣ ਦੇ ਵਿੱਚ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਜਿਹੇ ਮਨੁੱਖਾਂ ਦਾ ਜਨਮ ਵੀ ਵਿਅਰਥ ਹੈ, ਕਿਉਂਕਿ ਉੱਤਮ ਮਾਰਗ 'ਤੇ ਚੱਲੇ ਸੀ ਅਤੇ ਜੇ ਉੱਤਮ ਮਾਰਗ 'ਤੇ ਚੱਲੇ ਸੀ ਤਾਂ ਆਪਣੀ ਮੰਜ਼ਿਲ ਤੱਕ ਪਹੁੰਚਦੇ ਰਸਤੇ ਦੇ ਵਿੱਚ ਹੀ ਭਰਮ ਗਏ ਹਨ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਕੋਈ ਵੀ ਕਾਰਜ ਅਗਰ ਮਨੁੱਖ ਕਰਦਾ ਹੈ, ਠੀਕ ਹੈ ਕਿ ਉਸ ਕਾਰਜ ਦੀ ਮਨੁੱਖ ਦੇ ਅੰਦਰ ਪ੍ਰੇਰਣਾ ਹੈ, ਉਹਨੂੰ ਕਰਨ ਦਾ ਬੜਾ ਚਾਅ ਹੈ, ਕਰਨ ਦਾ ਉਹਦੇ ਕੋਲੋਂ ਇੱਕ ਉੱਤਮ ਢੰਗ ਵੀ ਹੈ, ਪਰ ਫਿਰ ਵੀ ਉਸ ਨੂੰ ਪ੍ਰਭੂ ਕਿਰਪਾ ਦੇ ਲਈ ਆਪਣੇ ਹਿਰਦੇ ਦੇ ਵਿੱਚ ਇੱਕ ਵਿਸ਼ਵਾਸ ਦੇ ਤਲ 'ਤੇ ਟਿਕੇ ਰਹਿਣਾ ਚਾਹੀਦਾ ਹੈ ਕਿ ਜਦੋਂ ਪ੍ਰਭੂ ਕਿਰਪਾ ਹੁੰਦੀ ਹੈ ਉਦੋਂ ਹਰ ਕਾਰਜ ਮਨੁੱਖ ਦਾ ਸਫਲ ਹੁੰਦਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਅਵਰਹਿ ਕਉ ਉਪਦੇਸ ਤੇ,
ਮੁਖ ਮੈਂ ਪਰ ਹੈ ਰੇਤ। ਜਦ ਅਸੀਂ ਪਾਵਨ ਬਾਣੀ ਕਿਸੇ ਵੀ ਬਾਣੀਕਾਰ ਦੀ ਰਚਨਾ ਨੂੰ ਪੜ੍ਹਦੇ ਜਾਂ ਵਾਚਦੇ ਹਾਂ, ਉਹਦੇ ਨਾਲ ਬੜਾ ਕੁਝ ਸਪਸ਼ਟ ਹੁੰਦਾ ਹੈ। ਜੇ ਭਗਤ ਕਬੀਰ ਸਾਹਿਬ ਦੇ ਸ਼ਲੋਕਾਂ ਦੀ ਅਸੀਂ ਵਿਆਖਿਆ ਸ਼ਰਵਣ ਕਰ ਰਹੇ ਹਾਂ ਤਾਂ ਇਹਨਾਂ ਸ਼ਲੋਕਾਂ ਦੀ ਵਿਆਖਿਆ ਦਾ ਇੱਕ ਨੁਕਤਾ ਇਹ ਵੀ ਹੋ ਸਕਦਾ ਹੈ ਕਿ ਭਗਤ ਕਬੀਰ ਸਾਹਿਬ ਜੀ ਨੇ ਜਿਸ ਕਾਲ ਦੇ ਵਿੱਚ ਜਿਵੇਂ ਦਾ ਆਲੇ ਦੁਆਲੇ ਉਹਨਾਂ ਦੇ ਧਰਮ ਦਾ ਅਭਿਆਸ ਸੀ, ਪ੍ਰਚਲਿਤ ਤੌਰ 'ਤੇ ਜਿਹਨੂੰ ਲੋਕੀ ਮੰਨਦੇ ਅਤੇ ਜਿਹਦੇ ਅਨੁਸਰਨ ਕਰਦੇ ਸਨ, ਫੋਲੋ ਕਰਦੇ ਸਨ, ਉਸ ਧਰਮ ਦੇ ਵਿਧਾਨ ਨੂੰ ਜਿਸ ਹਾਲਤ ਤੋਂ ਭਗਤ ਕਬੀਰ ਸਾਹਿਬ ਜੀ ਨੇ ਕਮਜ਼ੋਰ, ਅਧੂਰਾ ਜਾਂ ਉਹਨੂੰ ਪਾਖੰਡਮਈ ਸਮਝਿਆ, ਉੱਥੇ ਭਗਤ ਕਬੀਰ ਸਾਹਿਬ ਜੀ ਨੇ ਲੋਕਾਈ ਦਾ ਕਲਿਆਣ ਕਰਨ ਦੇ ਲਈ ਆਪਣਾ ਜਿਹੜਾ ਸ਼ਬਦ ਅਨੁਭਵ ਹੈ ਲੋਕਾਂ ਦੇ ਸਾਹਮਣੇ ਰੱਖਿਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਵਿੱਚੋਂ ਜੇ ਸਪਸ਼ਟ ਤੌਰ 'ਤੇ ਕਹਿਣਾ ਹੋਵੇ ਕਿ ਜਿਹੜਾ ਕਾਂਸ਼ੀ ਬਨਾਰਸ ਦਾ ਉੱਥੇ ਹੋਣ ਵਾਲਾ ਜਿਤਨਾ ਵੀ ਧਰਮ ਦਾ ਅਭਿਆਸ ਹੈ, ਕਿਉਂਕਿ ਭਗਤ ਕਬੀਰ ਸਾਹਿਬ ਦੇ ਸਨਮੁਖ ਉਹ ਸੀ, ਤਾਂ ਫਿਰ ਉਹਦੇ ਉੱਪਰ ਵੀ ਉਹਨਾਂ ਨੇ ਬਹੁਤ ਕਟਾਕਸ਼ ਕੀਤਾ ਤਾਂ ਕਿ ਧਰਮ ਦਾ ਸ਼ੁੱਧ ਜਿਹੜਾ ਅਮਲ ਹੈ ਉਹ ਪੈਦਾ ਹੋ ਸਕੇ। ਤਾਂ ਇਸੇ ਪ੍ਰਕਾਰ ਇਹ ਸਾਰੇ ਸ਼ਲੋਕਾਂ ਵਿੱਚ ਇੱਕ ਸਾਂਝੀ ਸਮਝ ਅਸੀਂ ਅਪਲਾਈ ਕਰ ਸਕਦੇ ਹਾਂ ਤਾਂ ਕਿ ਸਾਨੂੰ ਪ੍ਰਸਥਿਤੀ ਦਾ ਠੀਕ ਗਿਆਨ ਹੋ ਜਾਏ। ਤਾਂ ਭਗਤ ਕਬੀਰ ਸਾਹਿਬ ਦੀ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਕਬੀਰ ਅਵਰ ਹੈ ਕਉ ਉਪਦੇਸ਼ ਤੇ। ਹੁਣ ਕਾਸ਼ੀ ਬਨਾਰਸ ਦੇ ਵਿੱਚ ਲੋਕ ਜਾਂਦੇ ਸਨ, ਉੱਥੇ ਗੰਗਾ 'ਤੇ ਇਸ਼ਨਾਨ ਆਦਿ ਕਰਨ, ਧਾਰਮਿਕ ਯਾਤਰਾ ਕਰਨ, ਹੋਰ ਸਾਰੇ ਜੋ ਉਹਨਾਂ ਦੀ ਧਰਮ ਦੇ ਰੀਤ ਦੇ ਕਰਮ ਕਹੇ ਜਾਂਦੇ ਸਨ। ਉੱਥੇ ਇੱਕ ਉਪਦੇਸ਼ਕ ਵਰਗ ਬੈਠਾ ਹੁੰਦਾ ਸੀ ਜਿਹੜਾ ਸਭ ਪ੍ਰਕਾਰ ਦੀਆਂ ਭੇਟਾਵਾਂ ਆਦਿਕ ਲੈ ਕੇ ਆਪਣੇ ਹਿਸਾਬ ਦੇ ਨਾਲ ਉਹਨਾਂ ਨੂੰ ਧਰਮ ਦਾ ਉਪਦੇਸ਼ ਜਾਂ ਜੋ ਧਰਮ ਦੀ ਮਰਜ਼ਾਦਾ ਦੇ ਨੇਮ ਸਨ ਉਹ ਸੁਣਾਉਂਦਾ ਸੀ, ਦ੍ਰਿੜ ਕਰਵਾਉਂਦਾ ਸੀ। ਹੁਣ ਭਗਤ ਕਬੀਰ ਸਾਹਿਬ ਜੀ ਰੋਜ਼ਾਨਾ ਇਹ ਦੇਖਦੇ ਹਨ ਕਿ ਲੋਕ ਉਪਦੇਸ਼ ਦੇ ਰਹੇ ਹਨ ਮਾਇਆ ਤੋਂ ਨਿਰਲੇਪ ਹੋਣ ਦਾ, ਵਕਾਰਾਂ ਤੋਂ ਆਤਮ ਸੰਜਮ ਬਣਾਉਣ ਦਾ, ਅਤੇ ਪ੍ਰਭੂ ਦੀ ਸਿਫਤ ਵੱਲ ਲੱਗ ਕੇ ਨਿਰੋਲ ਜੀਵਨ ਜਿਉਣ ਦਾ, ਕਿ ਰੋਗ ਇਹਨਾਂ ਦੇ ਉਪਦੇਸ਼ ਦੀ ਇਹ ਸੁਰ ਹੈ। ਪਰ ਦੂਜੀ ਗੱਲ, ਉਹੀ ਉਪਦੇਸ਼ ਜਿਹੜੇ ਇਹਨਾਂ ਦੀ ਜ਼ੁਬਾਨ ਤੋਂ ਨਿਕਲਦੇ ਨੇ, ਇਹਨਾਂ ਦਾ ਦੂਜਾ ਜੀਵਨ ਜਿਹੜਾ ਉਪਦੇਸ਼ਕ ਜਦੋਂ ਉਪਦੇਸ਼ ਦੇ ਰਹੇ ਹੁੰਦੇ ਨੇ, ਉਹ ਤੋਂ ਪਰੇ ਜਿਹੜਾ ਜੀਵਨ ਹੈ ਉਹ ਬਿਲਕੁਲ ਉਪਦੇਸ਼ਾਂ ਦੇ ਅਨੁਕੂਲ ਨਹੀਂ ਹੈ। ਦੂਜੇ ਨੂੰ ਪ੍ਰੇਰ ਕੇ ਕਹਿ ਦਿੱਤਾ ਦਾਨ ਕਰਦੇ, ਉਸ ਨੇ ਦਾਨ ਦੀ ਵਿਆਖਿਆ ਸਮਝ ਕੇ, ਦਾਨ ਨੂੰ ਉੱਤਮ ਕਰਮ ਸਮਝ ਕੇ ਇੱਕ ਮਨੁੱਖ ਨੇ ਦਾਨ ਕਰ ਦਿੱਤਾ, ਦਾਨ ਆਪਣੇ ਪਾਸ ਰੱਖ ਲਿਆ ਅਤੇ ਦਾਨ ਦੇ ਆਪ ਸੂਮ ਹੋ ਗਏ। ਦੂਜੇ ਨੂੰ ਪਰਉਪਕਾਰ ਦਾ, ਦਾਨ ਦਾ ਧਰਮ ਦ੍ਰਿੜ ਕਰਵਾਇਆ, ਪਰ ਆਪ ਉਸੇ ਧਨ ਨੂੰ ਪਾਸ ਰੱਖ ਕੇ ਸੂਮ ਹੋ ਗਏ। ਦੂਜੇ ਨੂੰ ਕਿਹਾ ਕਿ ਵਕਾਰਾਂ ਤੋਂ ਜਾਂ ਹੋਰ ਜਿਹੜਾ ਮਾਇਆਵੀ ਜੀਵਨ ਹੈ ਉਹਦੇ ਤੋਂ ਦੂਰੀ ਬਣਾ ਕੇ ਰੱਖੋ, ਆਪ ਉਸੇ ਤਰ੍ਹਾਂ ਦਾ ਰਹੇ, ਪਰ ਜਦ ਰਾਤ ਦੇ ਪਰਦੇ ਦੇ ਹਨੇਰੇ ਦੇ ਵਿੱਚ ਫਿਰ ਉਹੀ ਤਮਾਮ ਮੰਦ ਕਰਮਾਂ ਨੂੰ ਅੰਜਾਮ ਦਿੱਤਾ। ਤਾਂ ਇਸੇ ਪ੍ਰਕਾਰ ਆਪ ਸੰਸਾਰ ਨੂੰ ਕਿਹਾ ਕਿ ਸੁਰਤ ਪ੍ਰਭੂ ਚਰਨਾਂ ਵੱਲ, ਪ੍ਰਭੂ ਦੀ ਸਿਫਤ ਵਾਲੇ ਪਾਸੇ ਲਗਾਓ, ਪਰ ਉਪਦੇਸ਼ਕ ਬਣ ਕੇ ਆਪਣੇ ਆਪ ਤੋਂ ਹਨੇਰੇ ਦੇ ਵਿੱਚ ਰਹੇ ਤਾਂ ਫਿਰ ਕੀ ਹੋਇਆ ਕਿ ਆਪਣੀ ਸੁਰਤ ਮਾਇਆ ਦੀ ਤਰਫ ਲੱਗੀ ਗਈ। ਤਾਂ ਇਸ ਸਾਰੇ ਹਾਲਾਤ ਨੂੰ ਦੇਖ ਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਅਵਰ ਹੈ ਕੋ ਉਪਦੇਸ਼ ਤੇ। ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਸੰਸਾਰਿਕ ਤਲ 'ਤੇ ਇਸ ਗੱਲ ਨੂੰ ਥੋੜ੍ਹਾ ਜਿਹਾ ਵਾਚਣ ਦਾ ਯਤਨ ਕਰੀਏ। ਇੱਕ ਮਨੁੱਖ ਹੋਵੇ, ਉਹਨੂੰ ਖੁਦ ਨੂੰ ਭੁੱਖ ਪਿਆਸ ਲੱਗੀ ਹੋਵੇ ਔਰ ਬਹੁਤ ਜ਼ਿਆਦਾ ਲੱਗੀ ਹੋਵੇ, ਜੇ ਉਹਨੂੰ ਕੋਈ ਤਰਸ ਕਰਕੇ ਕੋਈ ਭੋਜਨ ਦੇ ਦੇਵੇ, ਪਾਣੀ ਦੇ ਦੇਵੇ, ਭੁੱਖ ਲੱਗੀ ਹੋਈ, ਇਸ ਕਰਕੇ ਪਹਿਲਾ ਫਰਜ਼ ਬਣਦਾ ਹੈ ਕਿ ਪਹਿਲਾਂ ਉਹ ਆਪ ਤ੍ਰਿਪਤ ਹੋ ਜਾਵੇ, ਆਪਣੀ ਭੁੱਖ ਪਿਆਸ ਨੂੰ ਸ਼ਾਂਤ ਕਰ ਲਵੇ, ਅਤੇ ਫਿਰ ਉਸ ਦੇ ਵਿੱਚੋਂ ਉੱਦਮ ਕਰੇ ਜੇ ਦੂਜੇ ਦਾ ਕੋਈ ਹਿੱਤ ਕਰ ਸਕਦਾ ਹੈ, ਨਹੀਂ ਤਾਂ ਇੱਥੋਂ ਤੱਕ ਵੀ ਠੀਕ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਵਰ ਹੈ। ਹੁਣ ਉਪਦੇਸ਼ ਦੇਣਾ ਕੋਈ ਗਲਤ ਗੱਲ ਨਹੀਂ ਹੈ ਜਾਂ ਕੋਈ ਇੱਕ ਪਾਖੰਡਵਈ ਵਰਤਾਰਾ ਨਹੀਂ ਹੈ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਦੇ ਵਿਚਲਾ ਜਿਹੜਾ ਗੰਭੀਰ ਨੁਕਸ ਹੈ ਉਹ ਹੈ ਅਵਰ ਹੈ ਕਉ, ਕਿ ਜਦੋਂ ਦੂਜੇ ਨੂੰ ਉਪਦੇਸ਼ ਪ੍ਰਬੋਧਨ ਦੇ ਰਹੇ ਹੋ ਤਾਂ ਉਦੋਂ ਕੀ ਹੈ, ਮੁੱਖ ਮੈਂ ਪਰ ਹੈ ਰੇਤ। ਦੂਜੇ ਨੂੰ ਬੰਦਗੀ ਦਾ ਸੂਤਰ ਸਿਖਾਇਆ ਜਾ ਰਿਹਾ ਹੈ ਪਰ ਆਪਣੇ ਜੀਵਨ ਦੇ ਵਿੱਚ ਨਾਸਤਿਕਤਾ ਹੈ। ਦੂਜੇ ਨੂੰ ਮਾਇਆ ਤੋਂ ਅਨਰੇਪ ਹੋਣ ਦਾ ਉਪਦੇਸ਼ ਰਹੇ ਹਾਂ ਪਰ ਆਪ ਮਾਇਆ ਦੇ ਵਿੱਚ ਗ੍ਰਸਤ ਹਾਂ।
ਦੂਜੇ ਨੂੰ ਜੀਵਨ ਦੇ ਆਦਰਸ਼ ਨੂੰ ਮੁੱਖ ਰੱਖ ਕੇ ਚੱਲਣ ਲਈ ਕਹਿ ਰਹੇ ਹੋ, ਪਰ ਆਪ ਖੁਦ ਜੀਵਨ ਦੇ ਮਨੋਰਥ ਤੋਂ ਭਟਕੇ ਹੋਏ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਸਮੱਸਿਆ ਕਿਉਂ ਪੈਦਾ ਹੁੰਦੀ ਹੈ ਕਿ ਮਨੁੱਖ ਦੂਜੇ ਨੂੰ ਸਮਝਾਉਣ ਵਾਲੇ ਪਾਸੇ ਪੈ ਗਿਆ ਹੈ ਕਿ ਦੂਜਾ ਠੀਕ ਹੋਏ, ਦੂਜਾ ਸੁਧਰ ਜਾਏ, ਦੂਜਾ ਜਿਹੜਾ ਸਹੀ ਮਾਰਗ 'ਤੇ ਪੈ ਜਾਏ, ਪਰ ਇਸ ਤੋਂ ਪਹਿਲਾਂ ਆਪਣੇ ਆਪ ਦੇ ਵਿੱਚ ਇਹ ਸੋਝੀ ਪੈਦਾ ਨਹੀਂ ਕੀਤੀ। ਗੁਰਬਾਣੀ 'ਚ ਵਾਕ ਹੈ, ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਜਾਂ ਬਾਣੀ 'ਚ ਵਾਕ ਨੇ, ਪ੍ਰਥਮੇ ਮਨ ਪ੍ਰਬੋਧੈ ਆਪਣਾ ਪਾਛੈ ਅਵਰ ਰਿਜਾਵੈ। ਅਵਰ ਹੈ ਕੋ ਉਪਦੇਸ਼ ਦੀ ਗੰਭੀਰ ਸਮੱਸਿਆ ਕੀ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਾਂ। ਮਹਾਤਮਾ ਬੁੱਧ ਦੇ ਕੋਲ ਇੱਕ ਵਿਦਵਾਨ ਆਇਆ, ਉਹਦਾ ਨਾਮ ਸ਼ਾਇਦ ਅਜਿੱਤ ਮਿਲਦਾ ਹੈ। ਅਜਿੱਤ ਉਹਦਾ ਨਾਮ ਇਸੇ ਕਰਕੇ ਪੈ ਗਿਆ ਸੀ ਕਿ ਉਹਨੇ ਬੜੀਆਂ ਸਾਰੀਆਂ ਜਿਹੜੀਆਂ ਗਿਆਨ ਸਭਾਵਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ, ਬੜਿਆਂ ਨੂੰ ਸ਼ਾਸਤਰਾਰਥ ਕਰਕੇ, ਗਿਆਨ ਦੇ ਸਵਾਲ ਜਵਾਬ ਕਰਕੇ ਹਰਾਇਆ ਸੀ, ਅਤੇ ਬੜਾ ਲੰਮਾ ਸਮਾਂ ਉਹਦਾ ਜੀਵਨ ਬਤੀਤ ਹੋ ਗਿਆ। ਮਹਾਤਮਾ ਬੁੱਧ ਦੇ ਕੋਲ ਆਇਆ, ਉਪਦੇਸ਼ਕ ਵੀ ਚੰਗਾ ਸੀ, ਬਹੁਤ ਵੱਡਾ ਗਿਆਨੀ ਵੀ ਸੀ। ਮਹਾਤਮਾ ਬੁੱਧ ਦੇ ਕੋਲ ਆਇਆ, ਕਾਫੀ ਸਮਾਂ ਉਹਨਾਂ ਦੇ ਜਿੱਥੇ ਉਹਨਾਂ ਦਾ ਸਮੂਹ ਜੁੜਿਆ ਹੋਇਆ ਸੀ ਸੰਗਤ ਰੂਪ ਵਿੱਚ ਬੈਠਾ ਰਿਹਾ। ਜਦੋਂ ਸਾਰੇ ਆਪੋ ਆਪਣੀ ਜਗਿਆਸਾਵਾਂ ਜ਼ਾਹਰ ਕਰ ਰਹੇ ਸਨ, ਤਾਂ ਜਦੋਂ ਅਜਿੱਤ ਗਿਆ ਮਹਾਤਮਾ ਬੁੱਧ ਦੇ ਕੋਲ ਜਾ ਕੇ ਉਹਨੇ ਪਹਿਲੀ ਉਹਨਾਂ ਨੂੰ ਨਮਸਕਾਰ ਆਦਿ ਕੀਤੀ ਅਤੇ ਕਹਿਣ ਲੱਗਾ ਕਿ ਮਹਾਤਮਾ ਬੁੱਧ ਨੇ ਬੁੱਝ ਲਿਆ ਸੀ ਕਿ ਇਹ ਵਿਦਵਾਨ ਹੈ, ਬਹੁਤ ਵੱਡਾ, ਬੜੀਆਂ ਗਿਆਨ ਸਭਾਵਾਂ ਇਹਨੇ ਜਿੱਤੀਆਂ ਨੇ, ਬੜੇ ਵੱਡੇ ਗਿਆਨ ਦੇ ਰੁਤਬੇ ਇਹਨੂੰ ਪ੍ਰਾਪਤ ਵੀ ਹੋਏ ਨੇ, ਪਰ ਮਹਾਤਮਾ ਬੁੱਧ ਦੀ ਅੰਦਰਲੀ ਹਾਲਤ ਜਾਣਦੇ ਸਨ। ਜਦੋਂ ਹੀ ਕੋਲ ਬੈਠਾ ਅਤੇ ਮਹਾਤਮਾ ਬੁੱਧ ਇਹਦੇ ਚਿਹਰੇ ਦੇ ਭਾਵ ਬੁੱਝ ਗਏ, ਤਾਂ ਕਹਿਣ ਲੱਗੇ ਅਜਿੱਤ ਕਿਹੜੀ ਜਗਿਆਸਾ ਲੈ ਕੇ ਆਇਆ। ਕਹਿਣ ਲੱਗਾ, ਇਹਦੇ ਲਫ਼ਜ਼ ਦੇਖਿਓ ਜਿਹੜੇ ਅਜਿੱਤ ਨੇ ਉਸ ਵਕਤ ਕਹੇ। ਅਜਿੱਤ ਕਹਿਣ ਲੱਗਾ, ਮੇਰਾ ਇੱਕ ਖੂਹ ਸੀ, ਉਹ ਮੈਂ ਆਪ ਪੁੱਟਿਆ, ਆਪ ਉਹਦੇ ਵਿੱਚੋਂ ਗਹਿਰਾ ਜਲ ਕੱਢਿਆ। ਹੁਣ ਗੱਲ ਕੀ ਹੋਈ ਹੈ ਕਿ ਉਸ ਜਲ ਦੇ ਨਾਲ ਹੋਰ ਤਾਂ ਬੜੇ ਤ੍ਰਿਪਤ ਹੋ ਰਹੇ ਨੇ, ਬੜਿਆਂ ਦੀ ਪਿਆਸ ਬੁੱਝ ਗਈ ਹੈ, ਔਰ ਕਈਆਂ ਦੀ ਇਹੋ ਜਿਹੀ ਪਿਆਸ ਬੁੱਝੀ ਹੈ ਕਿ ਮੁੜ ਕੇ ਕੋਈ ਪਿਆਸ ਨਹੀਂ ਪੈਦਾ ਹੋਈ। ਪਰ ਹੈਰਾਨਗੀ ਦੀ ਗੱਲ ਹੈ ਕਿ ਜਿਹੜਾ ਖੂਹ ਮੈਂ ਖੁਦ ਪੁੱਟਿਆ ਸੀ, ਖੁਦ ਮਿਹਨਤ ਕੀਤੀ, ਖੁਦ ਉਹਦੇ ਵਿੱਚੋਂ ਜਲ ਪ੍ਰਗਟ ਕੀਤਾ, ਹੁਣ ਉਹੀ ਮੇਰੀ ਪਿਆਸ ਨਹੀਂ ਸ਼ਾਂਤ ਕਰ ਰਿਹਾ। ਮੇਰੀ ਜਗਿਆਸਾ, ਮੇਰੀ ਜਿਹੜੀ ਫਿਕਰ ਹੈ ਇਹ ਹੈ। ਇਹਦਾ ਭਾਵ ਕੀ ਹੈ ਕਿ ਗਿਆਨ ਦੇ ਜਿਹੜੇ ਉਪਦੇਸ਼ਾਂ ਨੂੰ ਮੈਂ ਦੀਰਘਤਾ ਸਹਿਤ ਵਾਚਿਆ, ਜਿਨ੍ਹਾਂ ਦੇ ਬੜੇ ਬਾਰੀਕ ਅਨੁਭਵ ਬਣਾ ਕੇ ਦੂਜਿਆਂ ਦੇ ਲਈ ਉਪਲਬਧ ਕਰਵਾਏ, ਉਹਨਾਂ ਨੂੰ ਸੁਣ ਕੇ ਹੋਰ ਤਾਂ ਬੜੇ ਸਿੱਧੇ ਮਾਰਗ 'ਤੇ ਚੱਲ ਪਏ, ਪਰ ਉਹ ਖੁਦ ਦੇ ਮੇਰੇ ਕੰਮ ਨਹੀਂ ਆ ਰਹੇ। ਮੇਰੀ ਜਗਿਆਸਾ ਇਹ ਹੈ। ਮਹਾਤਮਾ ਬੁੱਧ ਨੇ ਬੜਾ ਕੀਮਤੀ ਸੂਤਰ ਉਹਨੂੰ ਦੱਸਿਆ। ਕਹਿਣ ਲੱਗੇ ਅਜਿੱਤ, ਤੇਰੀ ਸਾਧਨਾ ਬੜੀ ਚੰਗੀ ਕਿ ਤੂੰ ਗਿਆਨ ਦੀ ਪ੍ਰਤਿਭਾ ਨੂੰ ਕਮਾਇਆ, ਪਰ ਇੱਕ ਗੱਲ ਹੁੰਦੀ ਹੈ ਕਿ ਜਦੋਂ ਕਹਿੰਦੇ ਇਸੇ ਪ੍ਰਕਾਰ ਕਿ ਇਹਦੇ ਵਿੱਚ ਇੱਕ ਸੂਤਰ ਹੈ ਕਿ ਜਦੋਂ ਤੂੰ ਦੂਜੇ ਨੂੰ ਪ੍ਰਬੋਧਦਾ ਰਿਹਾ, ਦੂਜੇ ਨੂੰ ਉਪਦੇਸ਼ ਕਰਦਾ ਰਿਹਾ, ਸੁਣਾਉਂਦਾ ਰਿਹਾ, ਉਹਦੇ ਵਿਚਲੀ ਸਮੱਸਿਆ ਇਹ ਕੀ ਬਣੀ ਕਿ ਤੂੰ ਆਪਣੇ ਜਿਹੜੇ ਸੱਚ ਵਾਲੇ ਸਰੂਪ ਨੂੰ ਉਹਦੇ ਤੋਂ ਓਹਲੇ ਕਰ ਲਿਆ। ਜੇ ਉਹਨੂੰ ਉਹਦੇ ਸਾਹਮਣੇ ਰੱਖ ਕੇ ਚੱਲਦਾ ਤਾਂ ਸ਼ਾਇਦ ਤੇਰੇ ਗਿਆਨ ਦੇ ਹੁੰਦਿਆਂ ਤੇਰੇ ਅੰਦਰ ਇਹ ਘਾਟ ਨਾ ਵਾਪਰਦੀ। ਇਹਦਾ ਭਾਵ ਇਹ ਹੈ ਕਿ ਜਿਹਨੂੰ ਗੁਰਬਾਣੀ 'ਚ ਕਿਹਾ ਨਾ, ਪ੍ਰਥਮੇ ਮਨ ਪ੍ਰਬੋਧੈ ਆਪਣਾ ਪਾਛੈ ਅਵਰ ਰਿਜਾਵੈ। ਹੁਣ ਉਦਾਹਰਨ ਦੇ ਤੌਰ 'ਤੇ ਜੇ ਕੋਈ ਨਹੀਂ ਵੀ ਸੁਣਨ ਬੈਠਾ ਤਾਂ ਇੱਕ ਸਾਡੇ ਕੋਲ ਸਾਡੇ ਆਪਣੇ ਜੀਵਨ ਦਾ ਹਿੱਸਾ ਹੈ। ਹੁਣ ਸਾਡੇ ਜੀਵਨ ਦੇ ਦੋ ਹਿੱਸੇ ਨੇ। ਇੱਕ ਹਿੱਸਾ ਜਦੋਂ ਅਸੀਂ ਗੁਰੂ ਸ਼ਬਦ ਦੇ ਨੇੜੇ ਬਹਿੰਦੇ ਹਾਂ ਅਤੇ ਗੁਰੂ ਸ਼ਬਦ ਦੀ ਸੂਝ ਸਾਡੇ ਸਾਹਮਣੇ ਆਉਂਦੀ ਹੈ, ਪਰ ਇੱਕ ਸਾਡਾ ਜੀਵਨ ਹੈ ਜਿਹੜਾ ਗੁਰੂ ਘਰ ਤੋਂ ਬਾਹਰਲਾ ਜੀਵਨ ਹੈ, ਜਿਹੜਾ ਕੋਈ ਬਹੁਤਾ ਚੰਗਾ ਨਹੀਂ ਹੈ, ਜਾਂ ਉਹਦੇ ਵਿੱਚ ਮਾਇਆ ਦਾ ਦਖਲ ਹੈ, ਮਨਮੁਖਤਾ ਦਾ ਦਖਲ ਹੈ। ਜਦੋਂ ਅਸੀਂ ਸ਼ਬਦ ਦਾ ਉਪਦੇਸ਼ ਕਰਨਾ ਜਾਂ ਵਿਚਾਰ ਕਰਨੀ ਅਤੇ ਆਪਣੇ ਗਿਆਨਮਈ ਸਰੂਪ ਜਿਹੜਾ ਗੁਰੂ ਸ਼ਬਦ ਨਾਲ ਜੁੜਿਆ ਹੈ, ਉਹਦੇ ਸਾਹਮਣੇ ਆਪਣੀ ਜਿਹੜੀ ਨੀਵੀਂ ਅਵਸਥਾ ਹੈ ਉਹਨੂੰ ਪ੍ਰਬੋਧਨਾ ਰੱਖਣਾ ਕਿ ਅਸੀਂ ਆਪਣੇ ਆਪ ਨੂੰ ਪ੍ਰਬੋਧਨਾ। ਗੁਰਬਾਣੀ ਦੀ ਸੁਰ ਦੇਖੋ, ਗੁਰਬਾਣੀ ਵਿੱਚ ਆਉਂਦਾ ਹੈ ਕਦੇ ਅਦਰ ਨੂੰ ਸੰਬੋਧਨ ਨਹੀਂ ਕੀਤਾ ਗਿਆ। ਗੁਰਬਾਣੀ ਬਹੁਤ ਸਾਰਾ ਭਾਗ ਉੱਤਮ ਪੁਰਖ ਹੈ। ਉੱਤਮ ਪੁਰਖ ਦਾ ਭਾਵ ਕਿ ਆਪਣੇ ਆਪ ਨੂੰ ਕਿਹਾ ਗਿਆ ਹੈ, ਆਪਣੇ ਆਪ ਦੀ ਜਿਹੜੀ ਗੱਲ ਹੋਈ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ। ਇਹ ਕਿਹੋ ਜਿਹਾ ਉਪਦੇਸ਼ ਹੈ? ਜਾਂ ਸੁਣ ਮਨ ਪਿੱਤਰ ਪਿਆਰਿਆ ਮਿਲ ਵੇਲਾ ਹੈ ਇਹ, ਜਾਂ ਹਰ ਜਸਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਇੱਥੇ ਜਿਹੜਾ ਉਪਦੇਸ਼ ਹੈ ਉਹ ਪਹਿਲਾਂ ਖੁਦ ਨਾਲ ਕਨੈਕਟਡ ਹੈ। ਗੁਰੂ ਸਾਹਿਬ ਜਦੋਂ ਕਹਿ ਰਹੇ ਇਹ ਮਨ ਸੁਣ ਮਨ ਸੁਣ ਮਨ ਮਿੱਤਰ ਪਿਆਰਿਆ,
ਤਾਂ ਹੁਣ ਇਹਦੇ 'ਚ ਇਹ ਥੋੜ੍ਹਾ ਕਿਹਾ ਜਾ ਰਿਹਾ ਕਿ ਇਹ ਮਨ ਕਿਹਦਾ ਹੈ, ਉਹ ਆਪਣਾ ਨਿੱਜ ਦਾ ਮਨ ਹੈ। ਦਾ ਭਾਵ ਕਿ ਜਦੋਂ ਮਨੁੱਖ ਨੇ ਸ਼ਬਦ ਦੀ ਵਿਚਾਰ ਵਿੱਚ ਜੁੜਨਾ ਹੈ ਤਾਂ ਪਹਿਲਾਂ ਉਹਨੂੰ ਆਪਣੇ ਆਪ ਨੂੰ ਹੀ ਸੰਬੋਧਿਤ ਹੋਣਾ ਚਾਹੀਦਾ ਕਿ ਇਹ ਸਾਰੀ ਵਿਚਾਰ ਦਾ ਚੌਖਟਾ, ਇਸ ਵਿਚਾਰ ਦਾ ਜਿਹੜਾ ਉਚੇਰਾ ਸਰੂਪ ਹੈ ਉਹ ਭਲਾ ਮੇਰੇ ਸਰਵਣ ਦੇ ਵਿੱਚ, ਮੇਰੀ ਸਮਝ ਤੇ ਮੇਰੇ ਅਮਲ ਵਿੱਚ ਆਉਂਦਾ ਹੈ ਕਿ ਨਹੀਂ ਆਉਂਦਾ। ਤਾਂ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮਹਾਤਮਾ ਬੁੱਧ ਕਹਿਣ ਲੱਗੇ, ਅਜਿੱਤ ਜਦੋਂ ਕਿਸੇ ਨੂੰ ਉਪਦੇਸ਼ ਕਰਨਾ ਹੈ ਤੇ ਆਪਣੀਆਂ ਦੋ, ਇਸ ਕਰਕੇ ਕਹਿੰਦਾ ਜਿਹੜਾ ਉਪਦੇਸ਼ਕ ਹੈ ਉਹਦਾ ਕੰਮ ਸੁਣਨ ਵਾਲੇ ਨੂੰ ਕਈ 100 ਗੁਣਾ ਔਖਾ ਹੋ ਜਾਂਦਾ। ਕਿਉਂ? ਕਿਉਂਕਿ ਹੁਣ ਸਾਡੀ ਇੱਕ ਜ਼ਿੰਮੇਵਾਰੀ ਕਿ ਸਮੇਂ ਦੇ ਵਿੱਚ ਵਿਚਾਰ ਪ੍ਰਵਾਹਿਤ ਕਰਨੀ, ਪਰ ਉਸੇ ਸਮੇਂ ਦੇ ਵਿੱਚ ਇੰਨੇ ਸੁਚੇਤ ਰਹਿਣਾ ਕਿ ਜਿਹੜਾ ਵਾਕ ਕਿਹਾ ਜਾ ਰਿਹਾ ਉਹਨੂੰ ਖੁਦ ਦੇ ਸ਼ਰਵਣ ਦੁਆਰਾ ਵੀ ਸੁਣਨਾ, ਸਮਝਣਾ ਤੇ ਉਹਦੇ ਅਮਲ ਦੇ ਭਾਵ ਨੂੰ ਆਪਣੇ ਅੰਦਰ ਉਤਾਰਨਾ। ਤਾਂ ਭਗਤ ਜਦੋਂ ਮਹਾਤਮਾ ਬੁੱਧ ਨੇ ਇਹ ਗੱਲ ਕਹੀ ਤਾਂ ਅਜਿੱਤ ਕਹਿਣ ਲੱਗਾ ਕਿ ਇਹਦਾ ਕੋਈ ਅਮਲ ਦਿਖਾ ਲਓ। ਅਮਲ ਦੱਸਣ ਲੱਗਿਆ ਮਹਾਤਮਾ ਬੁੱਧ ਕਹਿਣ ਲੱਗੇ, ਫਿਰ ਕਹਿੰਦੇ ਇਹਦਾ ਅਮਲ ਤੈਨੂੰ ਸਿਖਾਉਂਦੇ ਆ। ਉਹਨਾਂ ਨੇ ਕਿਸੇ ਹੋਰ ਇੱਕ ਆਪਣੇ ਭਿਕਸ਼ੂ ਨੂੰ ਬੁਲਾਇਆ। ਭਿਕਸ਼ੂ ਨੂੰ ਬੁਲਾ ਕੇ ਉਹਨੂੰ ਕਹਿਣ ਲੱਗੇ ਕਿ ਮੰਨ ਲੈ ਇਹਦਾ ਨਾਮ ਬੁੱਧ ਹੈ ਅਤੇ ਮੈਂ ਵੀ ਬੁੱਧ ਹਾਂ, ਸਮਝ ਲੈ ਕਿ ਇਹ ਜਿਹੜਾ ਬੁੱਧ ਹੈ ਇਹ ਥੋੜ੍ਹਾ ਠੀਕ ਜੀਵਨ ਵਾਲਾ, ਇਹਦਾ ਕੋਈ ਉੱਚਾ ਸੁੱਚਾ ਜੀਵਨ ਨਹੀਂ ਹੈ। ਇਵੇਂ ਆਪਣੇ ਆਪ ਨੂੰ ਆਪਣੇ ਸਨਮੁਖ ਮੰਨ ਕੇ ਪ੍ਰਬੋਧਣਾ, ਭਾਵ ਕਿ ਕਹਿਣਾ ਵੀ ਆਪ, ਸੁਣਨਾ ਵੀ ਆਪ। ਇਸ ਕਰਕੇ ਜਪਜੀ ਸਾਹਿਬ 'ਚ ਵੀ ਇਹ ਸੂਤਰ ਆਉਂਦਾ ਹੈ, ਗਾ ਵੀ ਹੈ, ਸੁਣੀਐ, ਮਨ ਰੱਖੀਐ ਭਾਉ। ਕਿ ਜੇ ਤੁਹਾਡਾ ਗਾਉਣਾ ਤੁਹਾਡਾ ਆਪਣਾ ਹੀ ਸਰਵਣ ਨਾ ਬਣ ਸਕਿਆ ਤੇ ਇਹ ਅਵਰਹਿ ਕੋ ਉਪਦੇਸ਼ ਹੋ ਜਾਏਗਾ। ਜੇ ਤੁਹਾਡਾ ਆਪਣਾ ਗਾਉਣਾ ਆਪੇ ਹੀ ਸੁਣਨਾ ਹੋ ਗਿਆ ਤੇ ਅਵਰਹਿ ਕੋ ਉਪਦੇਸ਼ ਨਹੀਂ ਰਹੇਗਾ, ਤੇ ਇਹਦੇ ਵਿੱਚ ਤੁਸੀਂ ਇੱਕ ਖਾਸ ਮੁਕਾਮ 'ਤੇ ਟਿਕੇ ਰਹੋਗੇ। ਜਦੋਂ ਮਹਾਤਮਾ ਬੁੱਧ ਨੇ ਇਹ ਸੂਤਰ ਸਮਝਾਇਆ ਕਿ ਆਪਣੇ ਆਪ ਨੂੰ ਪ੍ਰਬੋਧ, ਤੇ ਫਿਰ ਜਦੋਂ ਤੂੰ ਆਪਣੇ ਆਪ ਨੂੰ ਪ੍ਰਬੋਧੇਂਗਾ, ਫਿਰ ਮਹਾਤਮਾ ਬੁੱਧ ਨੇ ਇੱਕ ਬੜੀ ਕਮਾਲ ਦੀ ਉਦਾਹਰਣ ਦਿੱਤੀ। ਉਹ ਕਹਿਣ ਲੱਗੇ ਜੰਗਲ ਦੇ ਵਿੱਚ ਪੰਛੀ ਗਾਉਂਦੇ ਨੇ, ਜੰਗਲ ਦੇ ਵਿੱਚ ਕੋਈ ਸਰੋਤਾ ਨਹੀਂ ਹੁੰਦਾ। ਜੰਗਲ ਦੇ ਵਿੱਚ ਉਹ ਕਿਉਂਕਿ ਉੱਥੇ ਬੈਠੇ ਹੋਏ ਸਨ, ਮਹਾਤਮਾ ਬੁੱਧ ਨੇ ਜਿੱਤ ਨੇ ਕਿਹਾ ਕਿ ਫਿਰ ਇਹ ਗੱਲ ਦਾ ਅਮਲ ਵੱਡਾ ਕਿਵੇਂ ਪੈਦਾ ਹੋਵੇ ਕਿ ਉਪਦੇਸ਼ ਲਈ ਬੰਦਾ ਦੂਜੇ ਨੂੰ ਲੱਭਦਾ ਹੈ। ਤਾਂ ਮਹਾਤਮਾ ਬੁੱਧ ਕਹਿਣ ਲੱਗੇ ਤੂੰ ਕੁਦਰਤ ਦਾ ਉਪਦੇਸ਼ਕ ਦੇਖ, ਕੋਇਲ ਦੇ ਕੋਲ ਗੀਤ ਹੈ, ਹੋਰ ਪੰਛੀਆਂ ਦੇ ਕੋਲ ਗੀਤ ਗਾਉਣ ਦੀ, ਇੱਕ ਸੁਰ ਲਗਾਉਣ ਦੀ, ਇੱਕ ਮਿੱਠਾ ਬੋਲਣ ਦਾ ਗੁਣ ਹੈ, ਪਰ ਉਹ ਕਦੀ ਸਰੋਤਾ ਨਹੀਂ ਲੱਭਦੇ। ਕੋਇਲ ਨੇ ਕਦੀ ਪਰਵਾਹ ਨਹੀਂ ਕੀਤੀ ਉਹ ਕਿੱਥੇ ਬਹਿ ਕੇ ਬੋਲ ਰਹੀ ਹੈ। ਅਤੇ ਮਹਾਤਮਾ ਬੁੱਧ ਕਹਿਣ ਲੱਗੇ ਇਹੋ ਜਿਹਾ ਉਪਦੇਸ਼ਕ ਬਣੇਗਾ ਅਤੇ ਤਾਂ ਤੈਨੂੰ ਆਪਣੇ ਜੀਵਨ ਦਾ ਸਕੂਨ ਆਏਗਾ। ਜੇ ਇਸ ਤੋਂ ਪਰਾਂ ਰਹੇਗਾ ਤਾਂ ਉਹ ਖੂਹ ਪੁੱਟ ਕੇ ਵੀ, ਖੂਹ ਦਾ ਜਲ ਹੁੰਦਿਆਂ ਵੀ ਅਤ੍ਰਿਪਤ ਰਹੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਇਸ ਕਰਕੇ ਨਾ ਧੰਮਪਦ ਦੇ ਵਿੱਚ ਇੱਕ ਪ੍ਰਚਾਰਕਾਂ ਬਾਰੇ, ਕਥਾਵਾਚਕਾਂ, ਗਿਆਨੀਆਂ ਬਾਰੇ ਨਾ ਇੱਕ ਸ਼ਲੋਕ ਆਉਂਦਾ ਹੈ, ਜਿਹੜੇ ਮਤਲਬ ਜਿਹੜੇ ਖੁਦ ਅਮਲ ਨੂੰ ਨਹੀਂ ਧਾਰਨ ਕਰਦੇ ਉਹਨਾਂ ਬਾਰੇ ਗੱਲ ਤਾਂ ਕਰਦੇ ਨੇ। ਮਹਾਤਮਾ ਬੁੱਧ ਕਹਿੰਦੇ ਨੇ ਉਹ ਬੰਦੇ ਨੇ ਜਿਹੜੇ ਆਪਣੀ ਮਹਿਬੂਬ ਦੀ ਗੱਲ ਰੋਜ਼ ਪਾਉਂਦੇ ਨੇ ਪਰ ਕਦੀ ਇਹਨਾਂ ਦੇਖੀ ਨਹੀਂ। ਇਹ ਉਹ ਬੰਦੇ ਨੇ ਜਿਹੜੀ ਉਚਾਈ ਦੀ ਗੱਲ ਕਰਦੇ ਨੇ ਪਰ ਕਦੀ ਆਪ ਪੌੜੀ ਲਾ ਕੇ ਚੜ੍ਹੇ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਵਰਹਿ ਕਉ ਉਪਦੇਸ਼। ਤੇ ਹੁਣ ਜਦੋਂ ਅਵਰਹਿ ਕਉ ਉਪਦੇਸ਼ ਕਿਹਾ ਹੈ, ਇਹਦੇ ਵਿੱਚ ਵੀ 2-3 ਨੁਕਤੇ ਕੰਮ ਕਰਦੇ ਨੇ। ਬੰਦਾ ਅਵਰ ਨੂੰ ਕਿਉਂ ਉਪਦੇਸ਼ਦਾ ਹੈ? ਜਦੋਂ ਆਪਣੇ ਆਪ ਨੂੰ ਸਿਆਣਾ ਸਮਝਣ ਦਾ ਭਰਮ ਪਾਲੇ, ਜਾਂ ਮਾਇਆ ਦਾ ਕੋਈ ਹਿੱਤ ਹੋਵੇ ਤਾਂ, ਜਾਂ ਫਿਰ ਆਪਣੇ ਗਿਆਨਾਤਮਕ ਪ੍ਰਤਿਭਾ ਦਾ ਪ੍ਰਭਾਵ ਪਾਉਣਾ ਹੋਵੇ ਤਾਂ, ਇਸ ਤਰ੍ਹਾਂ ਦੇ 2-3 ਕਾਰਨ ਇਹਦੇ ਮਗਰ ਸ਼ਾਮਲ ਹੁੰਦੇ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਵਰਹਿ ਕਉ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਪਰ ਖੁਦ ਦੇ ਜੀਵਨ ਦੇ ਵਿੱਚ ਉਹ ਰਸ ਨਹੀਂ ਹੈ। ਤਾਂ ਕਹਿੰਦੇ ਇਹਦਾ ਫਿਰ ਗੰਭੀਰ ਨੁਕਸਾਨ ਕੀ ਹੈ? ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਇਹਦੇ ਉਪਦੇਸ਼ ਨਾਲ ਦੂਜੇ ਸਮਝ ਕੇ ਸੁਚੇਤ ਹੋ ਗਏ, ਉਹਨਾਂ ਦੇ ਜੀਵਨ ਦੀ ਰਾਸ ਦੀ ਤਾਂ ਰੱਖਿਆ ਹੋ ਗਈ, ਪਰ ਆਪਣਾ ਘਰ ਲੁਟਾ ਬੈਠੇ। ਖਾਇਆ ਘਰ ਕਾ ਖੇਤ ਭਾਵ ਕਿ ਗਿਆਨ ਦੇ ਨੁਕਤੇ ਸੁਣ ਕੇ ਦੂਜਿਆਂ ਨੂੰ ਸੁਣਾਏ, ਉਹਨਾਂ ਸੁਣ ਕੇ ਅਮਲ ਕਰਕੇ ਆਪਣੇ ਜੀਵਨ ਦੀ ਸੰਭਾਲ ਕਰ ਲਈ, ਪਰ ਖੁਦ ਪ੍ਰਬੋਧਨ ਵਾਲਾ ਇਸ ਗੱਲ ਤੋਂ ਜਿਹੜਾ ਹੈ ਹੀਣਾ ਰਹਿ ਗਿਆ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਅਵਰਹਿ ਕੋ ਉਪਦੇਸ਼। ਤੇ ਕਿਸੇ ਜਗ੍ਹਾ ਇੱਕ ਜਗਿਆਸੂ ਨੇ ਕਿਸੇ ਵਿਦਵਾਨ ਨੂੰ ਪੁੱਛਿਆ ਕਿ ਜਿਹੜਾ ਉਪਦੇਸ਼ਕ ਆਪ ਨਹੀਂ ਅਮਲ ਕਰਦਾ ਉਹਦੀ ਹਾਲਤ ਕਿਹੋ ਜਿਹੀ ਹੈ? ਤਾਂ ਗੁਰਬਾਣੀ 'ਚ ਜ਼ਿਕਰ ਮਿਲਦਾ ਹੈ, ਕੜਛੀਆਂ ਫਿਰਨ ਸੁਆਓ ਨਾ ਜਾਣਨ ਸੁੰਝੀਆਂ। ਇਹ ਕੜਛੀ ਹੁੰਦੀ ਹੈ ਸਬਜ਼ੀ ਵਰਤਾਉਣ ਵਾਲੀ, ਪਕਵਾਨ ਆਦਿਕ ਵਰਤਾਉਣ ਵਾਲੀ। ਹਜ਼ਾਰਾਂ ਕੀ ਭਾਵੇਂ ਲੱਖਾਂ ਮਨੁੱਖਾਂ ਨੂੰ ਉਹਦੇ ਨਾਲ ਭੋਜਨ ਛਕਾ ਦਈਏ, ਪਾ ਕੇ ਦੂਜੇ ਦੀ ਥਾਲੀ ਵਿੱਚ ਰੱਖ ਦਈਏ, ਪਰ ਕਦੀ ਆਪ ਸਵਾਦ ਨਹੀਂ ਚੱਖਦੀ। ਇਸੇ ਪ੍ਰਕਾਰ ਕਹਿੰਦਾ ਉਪਦੇਸ਼ਕਾਂ ਦੀ ਹਾਲਤ ਕਈ ਵਾਰੀ ਕੜਛੀਆਂ ਵਾਲੀ ਹੋ ਜਾਂਦੀ। ਕਹਿੰਦਾ ਹੋਰ
ਕਹਿੰਦਾ ਜਾਂ ਫਿਰ ਬਾਂਸੁਰੀ ਵਾਲੀ ਹੁੰਦੀ ਹੈ। ਉਦਾਹਰਨ ਦੇ ਤੌਰ 'ਤੇ ਜਦੋਂ ਬਾਂਸੁਰੀ 'ਚੋਂ ਫੂਕ ਮਾਰੀਏ ਤਾਂ ਸੰਗੀਤ ਪੈਦਾ ਹੋ ਜਾਂਦਾ ਹੈ, ਅਤੇ ਜਦੋਂ ਫੂਕ ਨਾ ਹੋਵੇ ਤਾਂ ਉਹ ਖਾਲੀ ਹੁੰਦੀ ਹੈ। ਭਾਵ ਕਿ ਜਿੰਨਾ ਚਿਰ ਉਪਦੇਸ਼ ਕਰਦਾ ਉਹਨਾਂ ਕੁ ਚਿਰ ਹੀ ਚੰਗੇ ਹਨ, ਉਸ ਤੋਂ ਬਾਅਦ ਵਾਲਾ ਜੇ ਜੀਵਨ ਦੇਖੋਗੇ ਤਾਂ ਉਹ ਖੋਖਲਾ ਹੁੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਅਵਰ ਹੈ ਕੋ ਉਪਦੇਸ਼। ਤੇ ਗੁਰੂ ਨਾਨਕ ਸਾਹਿਬ ਹਰਿਦੁਆਰ ਗਏ ਜਦੋਂ ਉਦਾਸੀਆਂ ਦਾ ਭ੍ਰਮਣ ਕਰਦਿਆਂ, ਉੱਥੇ ਇੱਕ ਪੰਡਤ ਬੈਠਾ ਹੋਇਆ ਸੀ, ਉਸਨੇ ਆਪਣਾ ਨਾਮ ਸ਼ਾਂਤੀਨਾਥ ਰਖਵਾਇਆ ਸੀ। ਤਾਂ ਬੜੀ ਉਹਨੇ ਧਿਆਨ ਦੀ ਮੁਦਰਾ ਲਗਾਈ ਹੋਈ ਸੀ। ਬੜੇ ਲੋਕ ਉਹਦੀ ਉਪਮਾ ਵੀ ਇਸ ਕਰਕੇ ਕਰਦੇ ਸੀ ਕਿ ਬੜਾ ਸ਼ਾਂਤ ਸੁਭਾਅ ਹੈ। ਤਾਂ ਗੁਰੂ ਸਾਹਿਬ ਜੀ ਨੇ 2-3 ਭਾਈ ਮਰਦਾਨਾ ਜੀ ਨੂੰ ਭੇਜਿਆ ਕਿ ਜਾਂ ਨਾਮ ਪੁੱਛ ਕੇ ਆ ਇਹਦਾ। ਤਾਂ ਉਹਨੇ ਪਹਿਲੀ ਦਫਾ ਨਾਮ ਦੱਸ ਦਿੱਤਾ, ਦੂਜੀ ਦਫਾ ਵੀ ਦੱਸ ਦਿੱਤਾ, ਤੀਜੀ ਦਫਾ ਉਹ ਕਾਹਲਾ ਪੈ ਗਿਆ ਕਿ ਦੱਸ ਤਾਂ ਦਿੱਤਾ, ਇੱਕ ਵਾਰੀ ਦੁਬਾਰਾ ਕਿਉਂ ਨਾ। ਜਦੋਂ ਚੌਥੀ ਪੰਜਵੀਂ ਵਾਰੀ ਭਾਈ ਮਰਦਾਨਾ ਜੀ ਗਏ ਤਾਂ ਉਹ ਆਪਣਾ ਸਾਰਾ ਸੰਤੁਲਨ ਗਵਾ ਬੈਠਾ ਅਤੇ ਸ਼ਾਂਤੀ ਉਹਦੀ ਭੰਗ ਹੋ ਗਈ। ਬੜੇ ਕ੍ਰੋਧ ਵਿੱਚ ਉਹੀ ਜੋ ਚਿਮਟਾ ਆਦਿਕ ਨੇੜੇ ਪਿਆ ਸੀ, ਉਹ ਭਾਈ ਮਰਦਾਨਾ ਜੀ ਨੂੰ ਮਾਰਨ ਦੇ ਲਈ ਉਹਨਾਂ ਦੇ ਮਗਰ ਭੱਜ ਪਿਆ। ਜਦੋਂ ਤੱਕ ਗੁਰੂ ਸਾਹਿਬ ਜੀ ਆਇਆ ਤਾਂ ਗੁਰੂ ਸਾਹਿਬ ਜੀ ਕੋਲ ਆਇਆ ਅਤੇ ਹੈ ਕ੍ਰੋਧ ਵਿੱਚ ਸੀ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਨਾਮ ਤਾਂ ਤੇਰਾ ਸ਼ਾਂਤੀਨਾਥ ਹੈ, ਪਰ ਇਸ ਵਕਤ ਤੂੰ ਭਾਂਬੜਨਾਥ ਬਣਿਆ ਫਿਰਦਾ ਹੈ। ਗੁਰੂ ਕੇ ਬਚਨ ਸੁਣਦੇ ਚਰਨਾਂ 'ਤੇ ਢਹਿ ਪਿਆ। ਭਾਵ ਕਿ ਅਵਰਹਿ ਕਹੋ ਉਪਦੇਸ਼। ਤੇ ਅਵਰਹਿ ਕਹੋ ਉਪਦੇਸ਼ ਦੇ ਵਿੱਚ ਕੀ ਨੁਕਸ ਕੀ ਵਾਪਰਦਾ ਹੈ ਕਿ ਮਨੁੱਖ ਆਪਣੇ ਆਪ ਤੋਂ ਦੂਰ ਚਲਿਆ ਜਾਂਦਾ ਹੈ। ਉਹ ਸਮਝਦਾ ਹੈ ਕਿ ਜਿਹੜੀ ਮੈਂ ਸੁਰ ਪ੍ਰਬੋਧ ਰਿਹਾ ਸ਼ਾਇਦ ਮੈਂ ਇਹਦੇ ਹੇਠਾਂ ਨਹੀਂ ਆਉਂਦਾ। ਇਸ ਕਰਕੇ ਜਿਹੜੀ ਸਾਡੀ ਸਿੱਖ ਪਰੰਪਰਾ ਦੀ ਸ਼ਬਦ ਵਿਚਾਰ ਹੈ ਉਹਦੇ ਵਿੱਚ ਗੁਰੂ ਪ੍ਰਮੁੱਖ ਹੈ, ਸਤਿਗੁਰੂ ਪ੍ਰਮੁੱਖ ਹੈ। ਅਤੇ ਇਹਦੇ ਵਿੱਚ ਭਾਵੇਂ ਕਥਨ ਵਾਲਾ ਵੀ ਹੈ, ਉਹ ਵੀ ਸੰਗਤੀ ਰੂਪ ਦੇ ਵਿੱਚ ਇੱਕ ਬਰਾਬਰ 'ਤੇ ਹੀ ਆਉਂਦਾ। ਇਹ ਵੱਖਰੀ ਗੱਲ ਹੈ ਕਿ ਉਹ ਆਪਣੇ ਆਪ 'ਚ ਭਰਮ ਪਾਲ ਲਵੇ ਤਾਂ ਵੱਖਰੀ ਗੱਲ ਹੈ, ਪਰ ਉਹ ਸ਼ਬਦ ਦੇ ਹੇਠਾਂ ਹੀ ਆਉਂਦਾ ਹੈ। ਔਰ ਸੰਗਤ ਦੇ ਵੀ ਕਈ ਵਾਰੀ ਹੇਠਾਂ ਆਉਂਦਾ, ਕਿਉਂਕਿ ਸੰਗਤ 21ਵੀਂ ਹੈ, ਇਸ ਕਰਕੇ ਉਹਨੂੰ ਸੰਗਤ ਦੇ ਵਿੱਚ ਹੀ ਸ਼ਮੂਲੀਅਤ ਕਰਨੀ ਪੈਂਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅਵਰਹਿ ਕਉ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ। ਇਸ ਪ੍ਰਕਾਰ ਦੂਜੇ ਨੂੰ ਪ੍ਰਬੋਧਨ 'ਚ ਕੋਈ ਹਾਨੀ ਨਹੀਂ ਹੈ, ਪਰ ਇੱਕ ਜਿਹਦਾ ਅਨੁਭਵ ਕੀਤਾ ਹੋਵੇ। ਗੁਰੂ ਹਰਿਰਾਏ ਸਾਹਿਬ ਜੀ ਪਾਸ ਇੱਕ ਮਾਤਾ ਆਪਣੇ ਬੱਚੇ ਨੂੰ ਲੈ ਕੇ ਆਈ, ਕਹਿਣ ਲੱਗੀ ਕਿ ਇਹਨੂੰ ਗੁੜ ਖਾਣ ਨਾ ਬਾਰੇ ਕਹੋ, ਇਹ ਬਹੁਤ ਜ਼ਿਆਦਾ ਖਾਂਦਾ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ 1 ਹਫ਼ਤੇ ਬਾਅਦ ਲਿਆਉਣਾ। 1 ਹਫ਼ਤੇ ਬਾਅਦ ਲਿਆਏ। ਗੁਰੂ ਸਾਹਿਬ ਜੀ ਨੇ ਕਿਹਾ ਕਿ ਗੁੜ ਨਾ ਖਾਇਆ ਕਰ। ਤਾਂ ਉਹ ਕਹਿਣ ਲੱਗੀ ਕਿ ਇਹ ਗੱਲ ਤਾਂ ਹਫ਼ਤਾ ਪਹਿਲਾਂ ਵੀ ਆਪ ਜੀ ਕਹਿ ਸਕਦੇ ਸੀ। ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਹਫ਼ਤਾ ਪਹਿਲਾਂ ਜਿਹੜਾ ਸੀ ਮੇਰਾ ਖੁਦ ਦਾ ਅਮਲ ਐਸਾ ਨਹੀਂ ਸੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅਵਰਹਿ ਕੋ ਉਪਦੇਸ਼ ਤੇ। ਭਾਵ ਕਿ ਇਹਨੂੰ ਜੇ ਦੁਨਿਆਵੀ ਪ੍ਰਮਾਣਾਂ ਵਿੱਚ ਕਹਿਣਾ ਹੋਵੇ, ਜੇ ਜੁੱਤੀਆਂ ਗੰਢਣ ਵਾਲੇ ਦੀ ਆਪਣੀ ਜੁੱਤੀ ਟੁੱਟੀ ਰਹੀ, ਉਹਦੇ ਮੋਚੀ ਹੋਣ ਦਾ ਕੀ ਅਰਥ ਹੈ। ਜੇ ਜੋ ਕੱਪੜੇ ਰੰਗਣ ਵਾਲਾ ਹੋ ਕੇ ਜਾਂ ਕੱਪੜੇ ਬਣਾਉਣ ਵਾਲਾ ਹੋ ਕੇ ਆਪ ਹੀ ਲੰਘ ਰਿਹਾ, ਤਾਂ ਇਸੇ ਪ੍ਰਕਾਰ ਫਿਰ ਉਹਦੇ ਕੱਪੜੇ ਬਣਾਉਣ ਵਾਲੇ ਦਾ ਕੀ ਅਰਥ ਹੈ। ਜੇ ਗਿਆਨੀ ਹੋ ਕੇ ਉਪਦੇਸ਼ਕ ਬਣ ਕੇ ਆਪਣਾ ਜੀਵਨ ਨਹੀਂ ਰੌਸ਼ਨ ਹੋਇਆ, ਆਪਣੇ ਜੀਵਨ ਦੇ ਕਿਸੇ ਖਾਸ ਹਿੱਸਿਆਂ ਵਿੱਚ ਟਿਕਾ ਨਹੀਂ ਪੈਦਾ ਹੋਇਆ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਵਰਹਿ ਕਉ ਉਪਦੇਸ਼ ਤੇ। ਔਰ ਦੂਜੀ ਗੱਲ, ਅਵਰਹਿ ਕਉ ਉਪਦੇਸ਼ ਤੇ ਅੱਜ ਦੇ ਸਮੇਂ ਵਿੱਚ ਧੰਦਾ ਬਣ ਗਿਆ ਹੈ। ਸਿੱਧੀ ਗੱਲ ਜੇ ਸਪਸ਼ਟ ਜੀ ਕਹਾਂ ਕਿਵੇਂ, ਆਪ ਜੀ ਗੁਰੂ ਸਾਹਿਬਾਨਾਂ ਦਾ ਕਾਲ ਦੇਖੋ। ਜਿਸ ਗੁਰਸਿੱਖ ਨੂੰ ਗੁਰਸਿੱਖੀ ਦੇ ਪ੍ਰਚਾਰ ਦੀ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਸਨ, ਪਹਿਲਾਂ ਉਹਦੇ ਜੀਵਨ ਦੀ ਘਾੜਤ ਹੁੰਦੀ ਸੀ। ਉਹ ਬੜਾ ਸਮਾਂ ਗੁਰੂ ਚਰਨਾਂ 'ਚ ਰਹਿੰਦਾ ਸੀ, ਉਹ ਸੇਵਾ ਦੀ, ਸ਼ਬਦ ਦੇ ਅਭਿਆਸ ਦੀ ਬੜੀ ਕਮਾਈ ਕਰਦਾ ਸੀ। ਔਰ ਇਸ ਕਰਕੇ ਨਹੀਂ ਸੀ ਕਰਦਾ ਕਿ ਉਹ ਉਪਦੇਸ਼ਕ ਹੀ ਬਣੇ, ਪਰ ਜਦੋਂ ਗੁਰੂ ਮਿਹਰ ਹੁੰਦੀ ਸੀ ਤਾਂ ਗੁਰੂ ਸਾਹਿਬ ਜੀ ਉਹਨੂੰ ਯੋਗ ਸਮਝਦੇ ਸਨ। ਤਾਂ ਫਿਰ ਆਖਦੇ ਸਨ ਕਿ ਜਿਸ ਹਿੱਸੇ ਵਿੱਚ ਤੂੰ ਰਹਿ ਰਿਹਾ, ਜਿਸ ਧਰਤੀ ਦੀ, ਜਿਸ ਥਾਂ 'ਤੇ, ਜਿਸ ਇਲਾਕੇ ਦੇ ਵਿੱਚ, ਇੱਥੋਂ ਦੇ ਲੋਕਾਂ ਦੀ ਅਧਿਆਤਮਕ ਰਹਿਨੁਮਾਈ ਕਰ। ਕਿਉਂਕਿ ਤੂੰ ਖੁਦ ਸ਼ਬਦ ਦੀ ਅਵਸਥਾ ਦੇ ਯੋਗ ਹੋ ਗਿਆ ਹੈ। ਹੁਣ ਉਦਾਹਰਨ ਦੇ ਤੌਰ 'ਤੇ ਗਿਆਨ 2 ਤਰ੍ਹਾਂ ਦਾ ਹੈ। ਇੱਕ ਗਿਆਨ ਹੈ ਜਿਵੇਂ ਕਿਰਾਏ ਦੀ ਗੋਦ ਨਹੀਂ ਹੁੰਦੀ, ਸੌਰਗੇਟ ਮਦਰ। ਇੱਕ ਤਾਂ ਉਹ ਹੈ ਕਿ ਜਿਹੜਾ ਕਿਤਾਬਾਂ ਤੋਂ, ਗ੍ਰੰਥਾਂ ਤੋਂ, ਵਿਦਵਾਨਾਂ ਕੋਲੋਂ ਅਰਜ ਕੀਤਾ ਅਤੇ ਉਹੀ ਦੂਜੇ ਨੂੰ ਸੁਣਾ ਕੇ ਤੇ ਚਲਾਇਆ ਜਾ ਰਿਹਾ। ਇੱਕ ਇਹ ਹੈ, ਇੱਕ ਹੈ ਖੁਦ ਬੱਚਾ ਜੰਮਣ ਵਾਲੀ ਜਿਹੜੀ ਪ੍ਰਸੂਤ ਦੀ ਪੀੜਾ ਹੈ। ਉਹੀ ਭਾਵ ਜਦੋਂ ਮਨੁੱਖ ਗਿਆਨ ਦੇ ਉਪਦੇਸ਼ ਨੂੰ ਪੜ੍ਹ ਕੇ ਉਹਨੂੰ ਜਦੋਂ ਆਪ ਆਪਣੇ ਅਮਲ ਵਿੱਚ ਪਾਉਂਦਾ ਹੈ, ਫਿਰ ਉਹਨੂੰ ਪਤਾ ਲੱਗਦਾ ਕਿ ਸ਼ਬਦ ਦਾ ਅਨੁਭਵ ਕਮਾਉਣ ਦੇ ਲਈ ਕਿੰਨੀਆਂ ਅਜਾਰ ਅਵਸਥਾ ਨੂੰ ਜਰਨਾ ਪੈਂਦਾ। ਇਸੇ ਕਰਕੇ ਹੁਣ ਜੇ ਤਾਂ ਧੰਦੇ ਦੀ ਬਿਰਤੀ ਵਿੱਚ ਹੋਈਏ ਫਿਰ ਤਾਂ ਇਹ ਕੰਮ ਬੜਾ ਆਸਾਨ ਹੈ, ਲੱਗਦਾ 40-45 ਮਿੰਟ ਬੋਲਣਾ ਕਿੱਡੀ ਕੁ ਵੱਡੀ ਗੱਲ ਹੈ। ਪਰ ਜੇ ਸ਼ਬਦ ਦੇ ਵਿੱਚੋਂ ਆਪਣੀਆਂ ਸਾਰੀਆਂ ਮਾਨਸਿਕ ਅਵਸਥਾ ਨੂੰ ਲੰਘਾ ਕੇ ਆਪਣੀ ਬੁੱਧੀ ਨੂੰ, ਆਪਣੀ ਸੁਰਤ ਨੂੰ ਅਤੇ ਆਪਣੇ ਸਮੁੱਚੇ ਜੀਵਨ ਦੀ ਤੋਰ ਨੂੰ, ਅਤੇ ਫਿਰ ਉਹਦੇ ਵਿੱਚੋਂ ਕੁਝ ਸ਼ੁੱਧ ਕਰਕੇ ਅਨੁਭਵ ਕਮਾ ਕੇ ਸੰਗਤ ਸਾਹਮਣੇ ਰੱਖਣਾ ਹੋਵੇ ਤਾਂ ਬੜਾ ਬਿਖਮ ਹੈ। ਤਾਂ ਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਰਾਸ ਬਿਰਾਨੀ ਰਾਖ ਤੇ
ਖਾਇਆ ਘਰ ਕਾ ਖੇਤ। ਦੂਜੇ ਨੂੰ ਤਾਂ ਪ੍ਰਬੋਧ ਦੇ ਰਹੇ ਪਰ ਆਪ ਖਾਲੀ ਰਹਿ ਗਏ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਇਸ ਸ਼ਲੋਕ ਦੁਆਰਾ ਧਾਰਮਿਕ ਵਰਗ ਉੱਪਰ ਜਿਹੜਾ ਪ੍ਰਬੋਧਨ ਦਾ ਕੰਮ ਕਰਦਾ ਹੈ ਉਸ ਨੂੰ ਸੁਚੇਤ ਕਰਨ ਦਾ ਕਾਰਜ ਕਰ। ਇਹਦਾ ਇੱਕ ਹੋਰ ਵੀ ਪੱਖ ਹੈ, ਇੱਕ ਹੋਰ ਵੀ ਸਾਡੀ ਫਿਤਰਤ ਹੈ ਕਿ ਜਦੋਂ ਅਸੀਂ ਕੋਈ ਗੱਲ ਜਾਣ ਲਈਏ ਤਾਂ ਬਹੁਤ ਵਾਰੀ ਐਸਾ ਹੁੰਦਾ ਹੈ ਕਿ ਦੂਜੇ ਨੂੰ ਸੁਣਾਉਣ ਦਾ ਜਾਂ ਜਾਣ ਦਾ ਬੜਾ ਮਨ ਕਰਦਾ। ਆਰੰਭ ਦੇ ਵਿੱਚ ਜਦੋਂ ਅਸੀਂ ਵਿੱਦਿਆ ਦੀ ਸਾਧਨਾ ਕਰਦੇ ਸਾਂ ਉਦੋਂ ਐਂ ਹੀ ਲੱਗਦਾ ਹੁੰਦਾ ਸੀ। ਹੌਲੀ ਹੌਲੀ ਸਮਝ ਆਈ ਕਿ ਜਿਵੇਂ ਜਿਵੇਂ ਉਹ ਚੀਜ਼ ਆਪਣੇ ਅੰਦਰ ਉਤਾਰੋਗੇ, ਜਦੋਂ ਤੁਸੀਂ ਉਦਾਹਰਨ ਦੇ ਤੌਰ 'ਤੇ ਇਸ ਕਰਕੇ ਗਿਆਨ ਦੋ ਤਰ੍ਹਾਂ ਦਾ ਹੈ ਕਿ ਇੱਕ ਤਾਂ ਕਿਰਾਏ ਦੀ ਗੋਦ ਵਾਲਾ, ਇੱਕ ਪ੍ਰਸੂਤ ਦੀ ਪੀੜਾ ਦੇ ਵਾਂਗ। ਕਿ ਕਿਰਾਏ ਦੀ ਗੋਦ ਵਾਲਾ ਕੀ ਹੈ, ਕੋਈ ਜੇ ਬੱਚੇ ਨੂੰ ਕੋਈ ਦੁੱਖ ਲੱਗ ਗਿਆ ਮਾਂ ਨੂੰ ਓਨਾ ਮਹਿਸੂਸ ਨਹੀਂ ਹੋਏਗਾ ਜਿੰਨਾ ਆਪਣੇ ਖੁਦ ਦੇ ਜਣੇ ਹੋਏ ਦਾ ਹੈ। ਇਸੇ ਪ੍ਰਕਾਰ ਜਿਹੜਾ ਉਪਦੇਸ਼ ਹੈ ਉਹ ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਜਾਂ ਤਾਂ ਚਿੱਤਰਕਾਰ ਹੋ ਕੇ ਇੱਕ ਕਾਗਜ਼ 'ਤੇ ਗੁਲਾਬ ਦੇ ਫੁੱਲ ਦੀ ਮੂਰਤ ਵਾਹ ਦਿਆਂ, ਜਿਵੇਂ 3D 5D ਹੁੰਦੀ ਹੈ, ਅਤੇ ਤੁਹਾਨੂੰ ਵਾਕਿਆ ਹੀ ਲੱਗੇ ਕਿ ਗੁਲਾਬ ਦਾ ਹੀ ਫੁੱਲ ਹੈ, ਪਰ ਉਹਦੇ 'ਚੋਂ ਮਹਿਕ ਨਹੀਂ ਆਏਗੀ, ਉਹਦੇ ਵਿੱਚੋਂ ਸੁੰਦਰਤਾ ਝਲਕ ਸਕਦੀ, ਮਹਿਕ ਨਹੀਂ ਆਏਗੀ। ਇਸੇ ਪ੍ਰਕਾਰ ਉਹ ਕੁਦਰਤੀ ਵੀ ਨਹੀਂ ਹੋਏਗਾ। ਪਰ ਦੂਜੇ ਪਾਸੇ ਇੱਕ ਫੁੱਲ ਲਗਾ ਦਿਆਂ, ਉਹ ਗਮਲੇ ਦੇ ਵਿੱਚ ਉਹ ਖਿੜ ਪਵੇ, ਅਤੇ ਜਦੋਂ ਕਮਲ ਖਿੜ ਪਿਆ, ਫੁੱਲ ਖਿੜ ਪਿਆ ਗੁਲਾਬ ਦਾ, ਅਤੇ ਕਿਸੇ ਨੂੰ ਦੱਸਣਾ ਨਹੀਂ ਪਏਗਾ ਇਹ ਗੁਲਾਬ ਹੈ, ਕਿਸੇ ਨੂੰ ਕਹਿਣਾ ਨਹੀਂ ਪਏਗਾ ਕਿ ਇਹਦੇ ਵਿੱਚ ਖੁਸ਼ਬੂ ਹੈ, ਕਿਸੇ ਨੂੰ ਕਹਿਣਾ ਨਹੀਂ ਪਏਗਾ ਕਿ ਸੁੰਦਰ ਹੈ। ਜਿਹੜਾ ਉਹਦੇ ਨੇੜੇ ਆਏਗਾ ਉਹਨੂੰ ਆਪੇ ਉਹਦੀ ਸੁੰਦਰਤਾ ਦਾ, ਉਹਦੀ ਮਹਿਕ ਦਾ ਬੋਧ ਹੁੰਦਾ ਜਾਏਗਾ। ਭਾਵ ਕਿ ਜੇ ਉਪਦੇਸ਼ ਕਰਨਾ ਹੈ, ਇੱਕ ਉਪਦੇਸ਼ ਦਾ ਢੰਗ ਹੈ ਕਿ ਮੂਰਤ ਵਾ ਕੇ ਦਿਖਾ ਦਿਆਂ ਗੁਲਾਬ ਦੀ, ਦੂਜਾ ਕਿ ਉਵੇਂ ਦਾ ਅਮਲ ਆਪਣੇ ਅੰਦਰ ਪੈਦਾ ਕਰਕੇ ਉਸ ਉਪਦੇਸ਼ ਦੀ ਸੁਰ ਨੂੰ, ਗਿਆਨ ਨੂੰ, ਵਿਖਿਆਨ ਨੂੰ ਆਪਣੀ ਮਹਿਕ ਬਣਾ ਲਵਾਂ, ਅਤੇ ਜਿਹੜਾ ਨੇੜੇ ਆਵੇ ਤਾਂ ਉਹਨੂੰ ਪਤਾ ਲੱਗ ਜਾਏ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਵਰ ਇਹ ਕਉ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਇਸ ਕਰਕੇ ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਠੀਕ ਹੈ ਕਿ ਉਪਦੇਸ਼ ਦੇ ਨਾਲ ਦੂਜੇ ਦੇ ਜੀਵਨ ਨੂੰ ਵੀ ਸੁਧਾਰਨ ਦਾ, ਸਵਾਰਨ ਦਾ ਕਾਰਜ। ਇਸ ਕਰਕੇ ਉਪਦੇਸ਼ ਦੇ ਵਿੱਚ ਦੋ ਤਿੰਨ ਨੁਕਤੇ ਹੋਣੇ ਚਾਹੀਦੇ ਨੇ। ਉਪਦੇਸ਼ ਕਿਸ ਕਰਕੇ? ਸਭ ਤੋਂ ਪਹਿਲਾਂ ਉਪਦੇਸ਼ ਉਦੋਂ ਕਰਨਾ ਚਾਹੀਦਾ ਹੈ ਜਦੋਂ ਥੋੜ੍ਹਾ ਬਹੁਤਾ ਉਸ ਅਵਸਥਾ ਨੂੰ ਆਪ ਧਾਰਨ ਕਰ ਲਿਆ ਹੋਵੇ ਅਤੇ ਉਹਦਾ ਅਨੁਭਵ ਕਮਾ ਲਿਆ ਹੋਵੇ। ਫਿਰ ਉਸ ਤੋਂ ਅੱਗੇ ਉਪਦੇਸ਼ ਕਰਨ ਦਾ ਇੱਕ ਹੋਰ ਨੁਕਤਾ ਕਿ ਪਰਉਪਕਾਰ ਹੋਣਾ ਚਾਹੀਦਾ ਹੈ। ਹੁਣ ਜਿਵੇਂ ਅੱਜ ਦੇ ਸਮੇਂ 'ਚ ਬਹੁਤਾ ਉਪਦੇਸ਼ ਤਿਰਸਕਾਰ ਕਰਨ ਵਾਲਾ ਹੈ। ਕਿਤੇ ਵੀ ਸੰਗਤ 'ਚ ਜੁੜਨ ਦੀ ਜਾਂ ਅਧਿਆਤਮਿਕ ਜੀਵਨ ਵਿੱਚ ਉੱਚੇ ਉੱਠਣ ਦੀ ਪ੍ਰੇਰਨਾ ਨਹੀਂ ਪੈਦਾ ਕੀਤੀ ਜਾ ਰਹੀ। ਉਹ ਬਸ ਦੱਸੀ ਜਾ ਰਹੇ ਕਿ ਆਹ ਹੋ ਗਿਆ ਜੀ, ਆਹ ਹੋ ਗਿਆ। ਉਹ ਠੀਕ ਹੈ ਜੋ ਸਮੇਂ ਦੀਆਂ ਸਥਿਤੀਆਂ ਵਾਪਰ ਰਹੀਆਂ ਨੇ, ਪਰ ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਜਿਸ ਹਿੱਸੇ ਵਿੱਚ ਅਸੀਂ ਬੈਠੇ ਹਾਂ, ਜੇ ਅਸੀਂ ਸਾਰੇ ਪੰਥ ਦੀ, ਸਿੱਖ ਪੰਥ ਦੀ ਜਿਹੜੀ ਇਸ ਸਮੇਂ ਦੀ ਹਾਲਤ ਹੈ, ਜੇ ਇਹਨੂੰ ਵਾਚਣ ਲੱਗ ਪਏ, ਇਹ ਤਾਂ ਸਮੁੱਚ ਦੀ ਹਾਲਤ ਹੈ। ਇਸ ਸਮੁੱਚ ਦੇ ਵਿੱਚ ਕੋਈ ਹਰਿਆ ਬੂਟ ਰਹੇ ਉਹ ਵੀ ਤਾਂ ਹੈਗਾ ਹੈ, ਅਤੇ ਜੇ ਉਹਦੀ ਗੱਲ ਕੀਤੀ ਜਾਏਗੀ ਤਾਂ ਇਹ ਇੱਕ ਚੰਗਾ ਉਪਦੇਸ਼ ਹੁੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਇਸ ਪ੍ਰਕਾਰ ਕਈ ਵਾਰੀ ਮਨੁੱਖਾਂ ਦੀ ਹਾਲਤ ਹੋ ਜਾਂਦੀ ਹੈ। ਕਬੀਰ ਸਾਧੂ ਕੀ ਸੰਗਤ ਰਹੋ, ਜਾਓ ਕੀ ਭੂਸੀ ਖਾਓ। ਹੁਣ ਇਸੇ ਪ੍ਰਕਾਰ ਅਗਲੇ ਸ਼ਲੋਕ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਹਮੇਸ਼ਾ ਸਾਧ ਪੁਰਖਾਂ ਦੀ ਸੰਗਤ ਦੇ ਵਿੱਚ ਰਹਿਣਾ ਚਾਹੀਦਾ ਹੈ। ਕਹਿੰਦੇ ਉਹਨਾਂ ਦੀ ਸੰਗਤ ਵਿੱਚ ਰਹਿਣ ਦੇ ਲਈ ਜੇ ਕਿਤੇ ਜੌਆਂ ਦੇ ਛਿਲਕਿਆਂ ਦੀ, ਜੌ ਦਾ ਭਾਵ ਜੌਂ ਜਿਹੜਾ ਇੱਕ ਅਨਾਜ ਹੁੰਦਾ ਹੈ, ਕਹਿੰਦੇ ਉਹਨਾਂ ਦੀ ਛਿਲਕਿਆਂ ਦੀ ਅਗਰ ਰੋਟੀ ਆਦਿਕ ਬਣਾ ਕੇ ਖਾਣੀ ਪਵੇ, ਮਤਲਬ ਜੇ ਇੰਨਾ ਸਾਦਾ ਇਸ ਤਰ੍ਹਾਂ ਦਾ ਜੀਵਨ ਵੀ ਗੁਜ਼ਾਰਨਾ ਪਵੇ, ਪਰ ਇਸ ਜੀਵਨ ਗੁਜ਼ਾਰਨ ਦੇ ਨਾਲ ਜੇ ਸਾਧ ਪੁਰਖ ਦਾ ਸੰਗ ਪ੍ਰਾਪਤ ਹੋਵੇ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਂ ਵੀ ਸਾਧੂ ਪੁਰਖ ਦੀ ਸੰਗਤ ਵਿੱਚ ਰਹਿਣਾ ਚਾਹੀਦਾ। ਕਿਉਂ? ਹੋਣਹਾਰ ਸੋ ਹੋਏ ਹੈ ਸਾਕਤ ਸੰਗ ਨਾ ਜਾਓ। ਜੀਵਨ ਦੇ ਵਿੱਚ ਜੋ ਕੁਝ ਹੋਣਾ ਹੈ ਉਹ ਹੋ ਕੇ ਹੀ ਰਹੇਗਾ। ਭਾਵ ਕਿ ਚੰਗੇ ਮਾੜੇ ਦਿਨ ਪ੍ਰਾਪਤ ਹੋਣੇ ਨੇ, ਦੁੱਖ ਸੁੱਖ ਹੋਣਾ ਹੈ, ਜਿੰਨੇ ਮਰਜ਼ੀ ਕਸ਼ਟ ਸੰਕਟ ਆਉਣ, ਪਰ ਸਾਕਤ ਸੰਗ ਨਾ ਜਾਓ। ਸਾਕਤ ਪੁਰਸ਼ ਦੇ ਕਦੀ ਵੀ ਨਿਕਟ ਨਹੀਂ ਜਾਣਾ ਚਾਹੀਦਾ। ਆਪ ਜੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹੋ, ਉਹਦੇ ਵਿੱਚ ਸਾਧ ਦੇ ਸੰਬੰਧ ਵਿੱਚ ਇੱਕ ਅਸ਼ਟਪਦੀ ਆਉਂਦੀ ਹੈ। ਉਹਦਾ ਪਹਿਲਾ ਵਾਕ ਹੈ ਸਾਧ ਕੈ ਸੰਗ ਮੁਖ ਊਜਲ ਹੋਤ। ਹੁਣ ਮੁਖ ਊਜਲ ਹੋਤ ਦਾ ਭਾਵ ਕੀ ਹੈ ਕਿ ਸਾਧ ਨੇ ਆਪਣਾ ਜੀਵਨ ਸਾਧਨਾ ਕਰਕੇ ਰੰਗਿਆ ਹੁੰਦਾ ਹੈ। ਉਹਦੇ ਜੀਵਨ ਦੇ ਵਿੱਚ ਜਿਹੜੀ ਉਹਨੇ ਅਵਸਥਾ ਕਮਾਈ, ਉਹਦੇ ਪ੍ਰਭਾਵ ਪਏ ਹੁੰਦੇ ਨੇ। ਉਹਦੇ ਪ੍ਰਭਾਵ ਦੇਖ ਕੇ ਜਦੋਂ ਮਨੁੱਖ ਉਹਦੇ ਤੋਂ ਪ੍ਰੇਰਣਾ ਲੈਂਦਾ ਹੈ ਅਤੇ ਉਹ ਪ੍ਰੇਰਣਾ ਉਹਦਾ ਕਰਮ ਬਣਦੀ ਹੈ, ਅਤੇ ਉਹਦੇ ਮਸਤਕ ਜਿਹੜੇ ਖਿਆਲ ਹਨ ਉਹਦੇ ਅੰਦਰ ਪ੍ਰਵੇਸ਼ ਕਰਦੇ ਹਨ, ਸਾਧ ਪੁਰਖ ਦੇ ਸ਼ੁੱਧ ਅਵਸਥਾ ਵਾਲੇ ਖਿਆਲ, ਤਾਂ ਮਨੁੱਖ ਨਿਰਮਲ ਹੁੰਦਾ ਹੈ। ਇਸੇ ਪ੍ਰਕਾਰ
ਸਾਧ ਕੈ ਸੰਗ, ਉਹਦੇ ਉਸੇ ਅਸ਼ਟਪਦੀ ਜ਼ਿਕਰ ਆਉਂਦਾ, ਸਾਧ ਕੈ ਸੰਗ ਅੰਮ੍ਰਿਤ ਰਸ ਪੁੰਚਾ। ਇਹਦਾ ਭਾਵ ਕੀ ਹੈ ਕਿ ਜਿਹੜੇ ਭੌਤਿਕ ਪਦਾਰਥਾਂ ਦੀ ਪਕੜ ਵਿੱਚ ਪੈ ਕੇ ਸੰਸਾਰ ਬਹੁਤ ਕੁਝ ਖਾਣ ਭਖਣ ਦੀ ਕਾਮਨਾ ਰੱਖਦਾ ਹੈ, ਸਾਧ ਦੇ ਕੋਲ ਰਹਿ ਕੇ ਮਨੁੱਖ ਨੂੰ ਅੰਮ੍ਰਿਤਮਈ ਜੀਵਨ ਜਿਉਣ ਦੀ ਸੂਝ ਆ ਜਾਂਦੀ ਹੈ। ਇਸ ਸਰੀਰ ਤੋਂ ਉੱਪਰ ਉੱਠਿਆ ਜਿਹੜਾ ਉੱਚਾ ਆਤਮਿਕ ਜੀਵਨ ਹੈ ਉਹਦੀ ਸੂਝ ਆ ਜਾਂਦੀ ਹੈ। ਹੁਣ ਸਾਧ ਦਾ ਸੰਗ ਇੱਕ ਦਫਾ ਕੀਤਾ ਹੋਵੇ ਤਾਂ ਉਹ ਕਿੱਡਾ ਵੱਡਾ ਮਨੁੱਖ ਨੂੰ ਮੁਕਾਮ ਦਿੰਦਾ ਹੈ। ਗੁਰੂ ਘਰ ਦੇ ਜਿਤਨੇ ਮਹਾਨ ਗੁਰਸਿੱਖਾਂ ਦਾ ਜੀਵਨ ਆਪ ਜੀ ਸ਼ਰਵਣ ਕਰਦੇ ਹੋ, ਪੜ੍ਹਦੇ ਹੋ, ਵਾਚਦੇ ਹੋ, ਸੁਣਦੇ ਹੋ, ਕਦੇ ਉਹਨਾਂ ਦਾ ਆਰੰਭ ਦੇਖਣਾ, ਆਰੰਭ ਉਹਨਾਂ ਦਾ ਇੱਕ ਦਫਾ ਦਾ ਹੈ। ਬਾਬਾ ਬੁੱਢਾ ਸਾਹਿਬ ਜੀ ਦਾ ਹੈ, ਬਚਪਨ ਦੇ ਵਿੱਚ ਗੁਰੂ ਮਿਲਾਪ ਹੋਇਆ, ਕਿੱਡਾ ਵੱਡਾ ਮੁਕਾਮ ਪ੍ਰਾਪਤ ਹੋਇਆ। ਚਾਹੇ ਕਿੰਨੇ ਵੀ ਸਿੱਖ ਸ਼ਹੀਦ ਹਨ, ਉਹਨਾਂ ਸਾਰਿਆਂ ਦਾ ਇਸ ਤਰ੍ਹਾਂ ਦਾ ਜੀਵਨ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਾਧੂ ਕੀ ਸੰਗਤ ਰਹੋ ਜੋ ਕੀ ਭੂਸੀ ਖਾਓ। ਹੁਣ ਸਾਧ ਪੁਰਖਾਂ ਦੇ ਕਹਿੰਦੇ ਕਿ ਉਹਨਾਂ ਦੀ ਸੰਗਤ ਮੰਨਣ ਦੇ ਲਈ ਜੇ ਮੁਸ਼ਕਲਾਂ ਵੀ ਝੇਲਣੀਆਂ ਪੈਣ, ਕਹਿੰਦੇ ਕੋਈ ਸਾਧ ਫਕੀਰ ਹੱਜ ਕਰਨ ਦੇ ਲਈ ਤੁਰ ਪਿਆ, ਨਾਲ ਉਹਦੇ ਵੇਖ ਕੇ ਉਹਦੇ ਜੋ ਕੁਝ ਪ੍ਰੇਮੀ ਜਾਂ ਕਹਿ ਲਓ ਉਹਦੇ ਚੇਲੇ 4-5 ਉਹ ਵੀ ਨਾਲ ਚੱਲ ਪਏ। ਤਾਂ ਇਸੇ ਪ੍ਰਕਾਰ ਉਹ ਚੱਲਦੇ ਗਏ। ਪਹਿਲੀ ਦਫਾ ਜਿਸ ਸ਼ਾਮ ਰੁਕੇ, ਜਿਸ ਜਗ੍ਹਾ ਸਾਰਾ ਦਿਨ ਕੋਈ ਭੋਜਨ ਪਾਣੀ ਨਾ ਪ੍ਰਾਪਤ ਹੋਇਆ, ਜੋ ਕੋਲ ਸੀ ਉਹ ਖਾ ਬੈਠੇ, ਮੁੱਕ ਗਿਆ। ਸ਼ਾਮ ਨੂੰ ਜਦੋਂ ਸ਼ਾਮ ਦੀ ਨਮਾਜ਼ ਅਦਾ ਕੀਤੀ, ਨਮਾਜ਼ ਤੋਂ ਬਾਅਦ ਉਹਨੇ ਲਫ਼ਜ਼ ਕਹੇ ਕਿ ਅੱਲਾਹ ਤਾਲਾ ਤੂੰ ਅੱਜ ਦੀਆਂ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ, ਤੇਰਾ ਧੰਨਵਾਦ। ਦੂਜੇ ਦਿਨ ਵੀ ਚੱਲਦੇ, ਕੁਝ ਖਾਣ ਪੀਣ ਨੂੰ ਨਾ ਮਿਲਿਆ, ਚੱਲਣ ਦੀ ਥਕਾਵਟ। ਸ਼ਾਮ ਨੂੰ ਜਦ ਉਹਨੇ ਫਿਰ ਨਮਾਜ਼ ਕਰਨ ਤੋਂ ਬਾਅਦ ਇਹ ਬੋਲ ਕੇ, ਉਹਦੇ ਨਾਲ ਦੇ ਜਿਹੜੇ ਪ੍ਰੇਮੀ ਚੇਲੇ ਸਨ ਉਹਨਾਂ ਦੇ ਮਨ 'ਚ ਦੁਬਿਧਾ, ਇੱਕ ਖਾਸ ਤਰ੍ਹਾਂ ਦਾ ਸ਼ੰਕਾ ਜਿਹਾ ਬਣ ਗਿਆ। ਤੀਜੇ ਦਿਨ ਵੀ ਇਸ ਤਰ੍ਹਾਂ ਹੀ ਬਣ ਗਿਆ। ਜਦੋਂ ਚੌਥੇ ਦਿਨ ਉਹਨੇ ਫਿਰ ਇਸ ਤਰ੍ਹਾਂ ਬੋਲ ਕੇ, ਭੋਜਨ ਪਾਣੀ ਫਿਰ ਨਾ ਪ੍ਰਾਪਤ ਹੋਇਆ, ਚੱਲਦੇ ਫਿਰ ਰਹੇ। ਚੌਥੇ ਦਿਨ ਜਦੋਂ ਉਹ ਸ਼ਬਦ ਕਹਿ ਕੇ ਹਟਿਆ, ਉਹਦੇ ਸ਼ਬਦ ਕਹਿੰਦਿਆਂ ਹੀ ਉਹਦੇ ਚੇਲੇ ਉਹਦੇ ਗਲ ਪੈ ਗਏ। ਕਹਿਣ ਲੱਗੇ ਘੱਟੋ ਘੱਟ ਝੂਠੀ ਅਰਦਾਸ ਤਾਂ ਨਾ ਕਰ, 3 ਦਿਨ ਹੋ ਗਏ ਭੁੱਖੇ ਪਿਆਸੇ ਚੱਲ ਰਹੇ ਆ, ਨਾ ਕਿਤੇ ਆਰਾਮ ਕਰਨ ਨੂੰ, ਨਾ ਖਾਣ ਨੂੰ, ਨਾ ਪੀਣ ਨੂੰ, ਕਿਹੜੀਆਂ ਤੇਰੀਆਂ ਲੋੜਾਂ ਪੂਰੀਆਂ ਕਰ ਦਿੱਤੀਆਂ। ਅੱਲਾਹ ਤਾਲਾ ਜਦੋਂ ਸੱਚ ਜਾਣਦਾ ਫਿਰ ਆਪਣੀ ਅਰਦਾਸ ਤਾਂ ਝੂਠ ਨਾ ਸ਼ਾਮਲ ਕਰ। ਤਾਂ ਫਿਰ ਉਸ ਫਕੀਰ ਨੇ ਕਿਹਾ, ਕਹਿਣ ਲੱਗਾ ਨਹੀਂ ਮਿਲਿਆ ਤਾਂ ਫਿਰ ਵੀ ਬੜਾ ਕੁਝ ਹੈ। ਕਹਿਣ ਲੱਗੇ ਕੀ ਮਿਲਿਆ, ਦਿਖਾਲ। ਕਾਲੀ ਦੇ ਵਿੱਚ ਸਨ, ਕ੍ਰੋਧ ਵਿੱਚ ਸਨ। ਕਹਿਣ ਲੱਗਾ ਕਿੰਨੇ ਦਿਨ ਭੁੱਖੇ ਰਹੇ ਹੋ? ਕਹਿੰਦਾ 3 ਦਿਨ। ਕਹਿੰਦਾ ਪਿਆਸੇ? ਕਹਿੰਦਾ 3 ਦਿਨ ਹੋ ਗਏ ਨੇ। ਕਹਿੰਦਾ 3 ਦਿਨ ਦੇ ਵੀ ਚੱਲਦੇ ਵੀ ਆ ਰਹੇ ਹੋ, ਸਫ਼ਰ ਕਰਦੇ ਆ ਰਹੇ ਹੋ। ਸਫ਼ਰ ਕਰਕੇ ਭੁੱਖੇ ਰਹਿ ਕੇ, ਪਿਆਸੇ ਰਹਿ ਕੇ ਇਹ ਤਾਂ ਗਿਆਨ ਮਿਲਿਆ ਨਾ ਕਿ ਜਦੋਂ ਭੁੱਖ ਅਤੇ ਪਿਆਸ ਅਜਰ ਤੋਂ ਬਾਹਰ ਹੋ ਜਾਂਦੀ ਹੈ ਅਤੇ ਇਹ ਬੰਦੇ ਦੀ ਅਰਦਾਸ, ਬੰਦਗੀ ਦੀ ਅਵਸਥਾ ਵੀ ਡੁਲਾ ਦਿੰਦੀ ਹੈ। ਇਸ ਕਰਕੇ ਭੁੱਖਿਆ ਰਹਿ ਕੇ ਭੁੱਖ ਦਾ ਗਿਆਨ ਪ੍ਰਾਪਤ ਹੋਇਆ। ਜੇ ਉਹਨੇ 3 ਦਿਨ ਸਾਨੂੰ ਭੋਜਨ ਨਹੀਂ ਦਿੱਤਾ ਅਤੇ ਉਹਨੇ ਇਸ ਭੋਜਨ ਨਾ ਦੇਣ ਦੇ ਵਿੱਚ ਸਾਨੂੰ ਭੁੱਖ ਦਾ ਇੱਕ ਗਹਿਰਾ ਗਿਆਨ ਦਿੱਤਾ ਹੈ ਕਿ ਜਦੋਂ ਭੁੱਖ ਛਾ ਜਾਂਦੀ ਹੈ ਉਰੋਂ ਬੰਦਾ ਇਹੋ ਜਿਹੇ ਵਿਵਾਕ ਬਣਾਉਂਦਾ ਕਿ ਪੇਟ ਨਾ ਪਾਈਆਂ ਰੋਟੀਆਂ ਅਤੇ ਸੱਭੇ ਗੱਲਾਂ ਖੋਟੀਆਂ, ਭਾਵ ਕਿ ਉਹਦੀ ਬੰਦਗੀ ਦਾ ਮੁਕਾਮ ਵੀ ਡਲਵਾ ਦਿੰਦਾ ਹੈ। ਇਸ ਕਰਕੇ ਇੰਨੀ ਜ਼ਾਲਮ ਚੀਜ਼ ਹੈ। ਕਹਿੰਦਾ ਇਹ ਤਾਂ ਗਿਆਨ ਮਿਲਿਆ ਹੈ ਨਾ। ਇਸੇ ਪ੍ਰਕਾਰ ਕਬੀਰ ਸਾਧੂ ਕੀ ਸੰਗਤ ਰਹੋ ਜੋ ਕੀ ਭੂਸੀ ਖਾਓ, ਭਾਵ ਕਿ ਹੁਣ ਗੱਲ ਕੀ ਹੈ, ਇੱਕ ਹੋਰ ਇਹਦੇ ਵਿੱਚ ਨੁਕਤਾ ਜਿਹੜਾ ਸਪਸ਼ਟ ਹੁੰਦਾ ਹੈ ਕਿ ਸਾਧ ਦੇ ਕੋਲ ਜਾ ਕੇ ਤੁਹਾਨੂੰ ਆਲੀਸ਼ਾਨ ਜੀਵਨ ਨਹੀਂ ਮਿਲੇਗਾ ਜਿਹੜਾ ਸਹੀ ਸਾਧ ਹੈ। ਅੱਜ ਤਾਂ ਨਹੀਂ, ਇਹ ਤਾਂ ਸਮਾਂ ਕਹਿਣਾ ਹੀ ਚਾਹੀਦਾ। ਜਿਵੇਂ ਤੁਸੀਂ ਕਈ ਵਾਰੀ ਸੁਨਿਆਰ ਦੀ ਦੁਕਾਨ ਅੱਗੇ ਲੱਗੋ ਨਾ, ਮੈਂ ਬਚਪਨ 'ਚ ਦੇਖਦਾ ਸਾਂ, ਮੈਂ ਕਿਹਾ ਸੁਨਿਆਰ ਬੜੇ ਅਮੀਰ ਹੁੰਦੇ ਨੇ, ਇੰਨੇ ਗਹਿਣੇ ਬਾਹਰ ਹੀ ਲਾਈ ਫਿਰਦੇ ਨੇ, ਮਤਲਬ ਸਾਹਮਣੇ ਦਿਖ ਰਹੇ ਨੇ। ਬਾਅਦ 'ਚ ਹੈਰਾਨਗੀ ਆਈ ਕਿ ਜਿਹੜਾ ਅਸਲ ਸੋਨਾ ਹੈ ਉਹਨਾਂ ਕਿਸੇ ਭਾਰੀ ਤਜੌਰੀ 'ਚ ਰੱਖਿਆ ਹੁੰਦਾ, ਬਾਹਰ ਤਾਂ ਨੁਮਾਇਸ਼ ਲਾਈ ਹੁੰਦੀ। ਅੱਜ ਦਾ ਜਿਹੜਾ ਧਾਰਮਿਕ ਜਗਤ ਹੈ ਉਹਦੇ ਵਿੱਚ ਚਾਹੇ ਅਜਿਹੇ ਵਿਸ਼ੇਸ਼ਣ ਵਾਲੇ ਵਰਤਣ ਵਾਲੇ ਬੰਦੇ ਨੇ, ਬਹੁਤੀ ਨੁਮਾਇਸ਼ ਹੀ ਹੈ। ਜੇ ਕੋਈ ਅਸਲ ਪੁਰਖ ਤੁਹਾਨੂੰ ਮਿਲੇਗਾ ਤਾਂ ਵਾਕਿਆ ਹੀ ਉਹ ਗੁਰਬਾਣੀ ਦੇ ਆਦੇਸ਼ ਅਨੁਸਾਰ ਮਿਲੇਗਾ। ਕੋਈ ਨਿੱਜ ਸੰਪੱਤੀ ਦੀ ਜੇ ਕੋਈ ਪਸਾਰਾ ਨਹੀਂ, ਕੋਈ ਕਿਸੇ ਨੂੰ ਰਜਾਉਣ ਦਾ, ਪਸਾਰਾ ਵਧਾਉਣ ਦਾ ਨਹੀਂ। ਕਈ ਵਾਰੀ ਦੇਖੀਦਾ ਹੁਣ ਜਿਵੇਂ ਆਮ ਜਦੋਂ ਸਾਧ ਦੀ ਗੱਲ ਚੱਲੀ ਦੀ ਹੈ, ਕਿਸੇ ਨਾ ਕਿਸੇ ਮਨੁੱਖ ਦੇ ਮਨ 'ਚ ਇੱਛਾ ਪੈਦਾ ਹੋਏ ਕਿਸੇ ਪੂਰਨ ਪੁਰਖ ਨੂੰ ਲੱਭਿਆ ਜਾਏ। ਪਰ ਜਿੰਨੇ ਅੱਜ ਅਸੀਂ ਸਾਧ ਵਿਸ਼ੇਸ਼ਣ ਵਾਲੇ ਬੰਦੇ ਦੇਖਦੇ ਹਾਂ, ਕੋਈ ਵੀ ਰਾਜਨੀਤਿਕ ਬੰਦੇ ਤੋਂ ਬਿਨਾਂ ਆਪਣੇ ਆਪ ਨੂੰ ਪੂਰਾ ਹੀ ਨਹੀਂ ਸਮਝ ਰਿਹਾ। ਉਹ ਆਪਣੀ ਸਟੇਜ ਦਾ ਸ਼ਿੰਗਾਰ ਗੁਰੂ ਦੇ ਨਾਲ ਘੱਟ ਅਤੇ ਇੱਕ ਰਾਜਨੀਤਿਕ ਬੰਦੇ ਦੇ ਬਹਿਣ ਨਾਲ ਜ਼ਿਆਦਾ ਸਮਝਦਾ ਹੈ। ਫਿਰ ਉੱਥੋਂ ਪਤਾ ਲੱਗ ਜਾਂਦਾ ਕਿ ਪ੍ਰਭੂ 'ਤੇ ਕੇਂਦਰਿਤ ਨਹੀਂ ਹੈ, ਇਹ ਦੁਨਿਆਵੀ ਕੇਂਦਰਿਤ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾਓ ਕੀ ਭੂਸੀ ਖਾਓ, ਹੋਣਹਾਰ ਸੋ ਹੋਏ ਹੈ ਸਾਕਤ ਸੰਗ ਨਾ ਜਾਓ। ਤਾਂ ਇਸੇ ਪ੍ਰਕਾਰ ਹੁਣ ਇੱਕ ਹੋਰ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ, ਇਸੇ ਪ੍ਰਕਾਰ ਕਹਿੰਦੇ ਕਿਸੇ ਜੰਗਲ ਦੇ ਵਿੱਚ ਕੋਈ ਮਹਾਤਮਾ ਵਾਸ ਕਰਦੇ ਸਨ। ਕੋਈ ਉਹਨਾਂ ਦੇ ਬਾਰੇ ਨਹੀਂ ਸੀ ਜਾਣਦਾ।
ਕਿਸੇ ਦਫਾ ਇੱਕ ਮਨੁੱਖ ਭਟਕਦਾ ਭਟਕਦਾ ਉਹਨਾਂ ਦੇ ਆਸ਼ਰਮ ਦੇ ਵਿੱਚ ਗਿਆ ਅਤੇ ਆਸ਼ਰਮ ਦੇ ਵਿੱਚ ਉਹ ਰਾਤ ਦੇ ਸਮੇਂ ਗਿਆ। ਰਾਤ ਉਹ ਕਿਤੇ ਜਿਹੜਾ ਭਟਕਦਾ ਭਟਕਦਾ ਗਿਆ, ਦਰਅਸਲ ਉਹ ਕਤਲ ਕਰਕੇ ਗਿਆ ਹੋਇਆ ਸੀ। ਉਹਦੇ ਹੱਥ ਖੂਨ ਆਦਿਕ ਨਾਲ ਰੰਗੇ ਸੀ ਅਤੇ ਰਾਤ ਮਹਾਤਮਾ ਕਿਸੇ ਆਸ਼ਰਮ ਦੇ ਕੋਨੇ ਵਿੱਚ ਬੈਠ ਕੇ ਬੰਦਗੀ ਕਰ ਰਿਹਾ ਸੀ। ਆਪ ਉਹ ਥੱਕਿਆ ਟੁੱਟਿਆ ਉਸੇ ਆਸ਼ਰਮ ਦੇ ਵਿੱਚ ਜਾ ਕੇ ਸੌਂ ਗਿਆ। ਅਤੇ ਜਦੋਂ ਸੌਂ ਗਿਆ, ਰਾਤ ਮਹਾਤਮਾ ਨੇ ਦੇਖਿਆ ਕਿ ਕੋਈ ਅਪਰਾਧੀ ਮੇਰੇ ਆਸ਼ਰਮ 'ਚ ਆ ਗਿਆ। ਉਹਨੇ ਕੁਝ ਨਾ ਕੀਤਾ, ਉਹਨੇ ਉਹਦੇ ਹੱਥ 'ਚੋਂ ਛੁਰਾ ਖੋਇਆ, ਉਹਦੇ ਛੁਰੇ ਦੇ ਖੂਨ ਨੂੰ ਸਾਫ਼ ਕਰ ਦਿੱਤਾ ਅਤੇ ਫਿਰ ਉਹਦੇ ਕੱਪੜੇ ਆਦਿਕ ਵੀ ਸੁੱਤੇ ਪਏ ਦੇ ਉਵੇਂ ਹੀ ਸਾਫ਼ ਸੂਫ ਕਰ ਦਿੱਤੇ। ਜਦੋਂ ਸਵੇਰੇ ਉਹ ਅਪਰਾਧੀ ਜਾਗਿਆ, ਉਹਨੇ ਦੇਖਿਆ ਕਿ ਮੇਰੇ ਹੱਥ ਵਿੱਚ ਛੁਰਾ ਨਹੀਂ ਹੈ, ਮੇਰੇ ਕੱਪੜਿਆਂ 'ਤੇ ਖੂਨ ਵੀ ਨਹੀਂ ਹੈ। ਫਿਰ ਇੰਨੇ ਚਿਰ ਨੂੰ ਉਹ ਮਹਾਤਮਾ ਉਹਦੇ ਕੋਲ ਆਇਆ। ਉਹ ਕਹਿਣ ਲੱਗਾ ਕਿ ਕਹਿੰਦਾ ਮੇਰੀ ਸਮਰੱਥਾ ਇੰਨਾ ਸੀ ਕਿ ਮੈਂ ਤੇਰੇ ਹੱਥ 'ਚੋਂ ਛੁਰਾ ਛੁਡਾ ਸਕਦਾ, ਤੇਰੇ ਕੱਪੜਿਆਂ ਤੋਂ ਖੂਨ ਮਿਟਾ ਸਕਦਾ, ਪਰ ਜੇ ਇੱਕ ਰਾਤ ਤੂੰ ਮੇਰੇ ਆਸ਼ਰਮ ਦੇ ਵਿੱਚ ਰਿਹਾ ਤਾਂ ਮੈਂ ਤੇਰੇ ਕੋਲੋਂ ਇੱਕ ਪ੍ਰਾਣਮ ਦੀ ਮੰਗ ਕਰਦਾ ਹਾਂ ਕਿ ਅੱਜ ਤੋਂ ਬਾਅਦ ਤੇਰੇ ਹੱਥ ਦੇ ਵਿੱਚ ਇਸ ਤਰ੍ਹਾਂ ਦਾ ਜੇ ਆਵੇ ਵੀ ਤਾਂ ਉਹ ਹਿੰਸਾ ਲਈ ਨਾ ਆਵੇ ਅਤੇ ਤੇਰਾ ਜਿਹੜਾ ਦਾਮਨ ਹੈ ਉਹ ਖੂਨ ਦੇ ਦਾਗਾਂ ਤੋਂ ਮੈਲ ਤੋਂ ਮੁਕਤ ਹੋਵੇ। ਮਹਾਤਮਾ ਦੇ ਇਹਨਾਂ ਬਚਨਾਂ ਨੇ ਉੱਤੇ ਇੰਨਾ ਅਸਰ ਕੀਤਾ ਕਿ ਉੱਥੇ ਸਾਧ ਪੁਰਖ ਹੋ ਗਿਆ, ਮੁੜ ਕੇ ਆਸ਼ਰਮ ਛੱਡ ਕੇ ਕਿਤੇ ਗਿਆ ਹੀ ਨਹੀਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਾਧੂ ਕੀ ਸੰਗਤ ਰਹੋ। ਬਾਣੀ 'ਚ ਵਾਕ ਕਹਿੰਦੇ ਨਾ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਕਿੱਡੀ ਵੱਡੀ ਮਹਿਮਾ ਹੈ। ਹੁਣ ਇਹਦੇ ਵਿੱਚ ਦੋ ਭਾਵ ਨੇ। ਪਹਿਲੇ ਸ਼ਲੋਕ ਦੇ ਨਾਲ ਵਿਆਖਿਆ ਜੋੜਦੇ ਹਾਂ। ਪਹਿਲਾਂ ਜਦੋਂ ਉਪਦੇਸ਼ ਕਰਨ ਵਾਲੇ ਸਨ ਉਹ ਸਾਧੂ ਹੁੰਦੇ ਸਨ, ਉਹਨਾਂ ਦਾ ਗਿਆਨ ਘੱਟ ਅਤੇ ਉਹਨਾਂ ਦਾ ਜੀਵਨ ਜਿਹੜਾ ਬੰਦਗੀ ਵਾਲਾ ਕਮਾਇਆ ਹੁੰਦਾ ਸੀ, ਉਹ ਵਧੇਰੇ ਬੋਲਦਾ ਸੀ ਅਤੇ ਉਹਨਾਂ ਦੀ ਕਹੀ ਹੋਈ ਗੱਲ ਦਾ ਅਰਥ ਵਧੇਰੇ ਰਹਿੰਦਾ ਸੀ। ਵਧੇਰੇ ਲੋਕ ਪ੍ਰਬੋਧੇ ਜਾਂਦੇ ਸਨ। ਅੱਜ ਸਮੱਸਿਆ ਕੀ ਹੈ ਕਿ ਅੱਜ ਜਿਹੜਾ ਉਪਦੇਸ਼ਕ ਵਰਗ ਹੈ ਉਹ ਸਾਧਨਾ ਤੋਂ ਵਹੀਣ ਹੈ। ਕਦੇ ਆਪ ਜੀ ਦੇ ਨਾਲ, ਕਿਉਂਕਿ ਇਸ ਗੱਲ ਦੀ ਇਜਾਜ਼ਤ ਨਹੀਂ ਸੀ, ਇੱਕ ਗੁਰੂ ਤਾਬਿਆਂ ਦੀ ਮਰਜ਼ਾਦਾ ਹੁੰਦੀ ਹੈ। ਜਿਹੜਾ ਨਿੱਜ ਦਾ ਮੈਂ ਆਪਣਾ ਕਥਾਵਾਚਕ ਵਰਗ ਦਾ ਜੀਵਨ ਦੇਖਿਆ, ਅੰਨੀ ਨਾਸਤਿਕਤਾ ਦੇ ਨਾਲ ਭਰੇ ਹੋਏ ਹਨ, ਪਰ ਸੁਬਾਹ ਸਟੇਜ 'ਤੇ ਬਹਿ ਕੇ ਸ਼ਰਧਾ ਦੀ ਗੱਲ ਕਰਦੇ ਹਨ। ਬਹੁਤ ਨਿੱਜੀ ਦੇਖਿਆ, ਬੜਾ ਮਨ ਦੁਖੀ ਵੀ ਹੁੰਦਾ ਹੈ। ਪਰ ਗੱਲ ਕੀ ਹੈ ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਧੂ ਕੀ ਸੰਗਤ ਰਹੋ, ਜਾਓ ਕੀ ਭੂਸੀ ਖਾਓ। ਭਾਵੇਂ ਜੀਵਨ ਦੇ ਕਿਤਨੇ ਵੀ ਔਖੇ ਸੰਕਟ ਝੱਲਣੇ ਪੈਣ, ਚੱਲ ਲੈਣੇ ਚਾਹੀਦੇ ਨੇ, ਪਰ ਸਾਧ ਪੁਰਖ ਦੀ ਜਾਂ ਗੁਰੂ ਰੂਪ ਸਾਧ ਦੀ ਜਿਹੜੀ ਸੰਗਤ ਹੈ, ਕਿਉਂਕਿ ਹੁਣ ਜਦੋਂ ਅਸੀਂ ਸੰਗਤ ਵਿੱਚ ਬੈਠ ਜਾਂਦੇ ਹਾਂ ਤਾਂ ਇਹਦੇ ਦੁਆਰਾ ਜਦੋਂ ਅਸੀਂ ਸ਼ਬਦ ਵਿਚਾਰ ਸੁਣ ਰਹੇ ਹੁੰਦੇ ਹਾਂ, ਸਮਝ ਰਹੇ ਹੁੰਦੇ ਹਾਂ, ਵਾਚ ਰਹੇ ਹੁੰਦੇ ਹਾਂ, ਤਾਂ ਇਹ ਕਰਮ ਕਰਨਾ ਸਾਡਾ ਸਾਧ ਸੰਗਤ ਹੋ ਜਾਂਦਾ ਹੈ। ਜਦੋਂ ਇਸ ਸਾਰੇ ਨੂੰ ਸੁਣ ਕੇ ਅਸੀਂ ਆਪਣੇ ਜੀਵਨ 'ਚ ਇੱਕ ਖਾਸ ਟਿਕਾਅ ਮਹਿਸੂਸ ਕਰਦੇ ਹਾਂ, ਉਹ ਵਾਲੀ ਅਵਸਥਾ ਸਾਡੀ ਸਤ ਸੰਗਤ ਹੋ ਜਾਂਦੀ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੋਣਹਾਰ ਸੋ ਹੋਏ ਹੈ। ਜੋ ਮਰਜ਼ੀ ਜੀਵਨ ਦੇ ਵਿੱਚ ਹੋ ਜਾਏ, ਨਿੰਦਿਆ ਹੋ ਜਾਏ, ਹਾਨੀ ਹੋ ਜਾਏ, ਇਸੇ ਪ੍ਰਕਾਰ ਜਿਵੇਂ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਕਾਲ ਵਿੱਚ ਕਈ ਸਿੱਖਾਂ ਦੀ ਪਰਖ ਕੀਤੀ। ਸਿੱਖਾਂ ਨੇ ਕਿਹਾ ਸਤਿਗੁਰ ਸਿੱਖੀ ਦਾਨ ਦਿਓ। ਗੁਰੂ ਸਾਹਿਬ ਜੀ ਕਹਿਣ ਲੱਗੇ ਤੇਰੇ ਤੋਂ ਪ੍ਰਵਾਨ ਨਹੀਂ ਚੜ੍ਹਿਆ ਜਾਣਾ। ਉਹ ਸਿੱਖ ਕਹਿਣ ਲੱਗੇ ਕਿਉਂ? ਗੁਰੂ ਸਾਹਿਬ ਜੀ ਕਹਿੰਦੇ ਸਿੱਖੀ ਜਦੋਂ ਬੰਦਾ ਫੜ ਲੈਂਦਾ ਹੈ ਉਦੋਂ ਹੀ ਕਸ਼ਟ ਆਉਣੇ ਸ਼ੁਰੂ ਹੋ ਜਾਂਦੇ ਨੇ, ਅਤੇ ਕਸ਼ਟ ਆਉਣੇ ਨੇ ਅਤੇ ਲੋਕਾਂ ਨੇ ਤੈਨੂੰ ਕਹਿਣਾ ਤੈਨੂੰ ਤਾਂ ਕਸ਼ਟ ਆਉਣ ਲੱਗ ਪਏ ਨੇ, ਸਿੱਖੀ ਦਾ ਮਾਰਗ ਛੱਡ ਦੇ। ਇਸ ਕਰਕੇ ਗੁਰੂ ਸਾਹਿਬ ਜੀ ਪਰ ਜਿਹੜੇ ਸਿੱਖ ਬਿਲਕੁਲ ਗੁਰੂ ਭਾਵਨਾ ਵਾਲੇ ਹੁੰਦੇ ਸਨ, ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਸਨ। ਤਾਂ ਭਗਤ ਕਬੀਰ ਸਾਹਿਬ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਕਵਿੱਤ ਪੜ੍ਹੀਏ, ਉਹਦੇ ਵਿੱਚ ਸਾਧ ਸੰਗਤ ਦੀ ਮਹਿਮਾ ਬਾਰੇ ਨਾ ਜ਼ਿਕਰ ਆਉਂਦਾ, ਸਾਧੂ ਦੀ ਸੰਗਤ ਬਾਰੇ। ਆਖਦੇ ਹਨ ਤਨਕ ਹੀ ਜਾਵਨ ਕੈ ਦੂਧ ਦਦ ਹੋਤ, ਜੈਸੈ ਤਨਕ ਹੀ ਕਾਂਜੀ ਪਰੈ ਦੂਧ ਫਟ ਜਾਤ ਹੈ। ਤਨਕ ਹੀ ਬੀਜ ਬੋਏ ਬਿਰਖਾ ਬੇਥਾਰ ਹੋਏ, ਤਨਕ ਹੀ ਚਨਕੈ ਭਸਮ ਹੋਏ ਸੁਮਾਤ ਹੈ। ਤਨਕ ਹੀ ਬਿਸ ਖਾਦੇ ਹੋਏ ਵਿਨਾਸ਼ ਕਾਲ, ਤਨਕ ਹੀ ਅੰਮ੍ਰਿਤ ਕੈ ਅਮਰ ਹੋਏ ਗਾਤ ਹੈ। ਸੰਗਤ ਅਸਾਧ ਸਾਧ ਗਨ ਕਾ ਵਿਵਾਹਤਾ, ਜੋ ਤਨਕ ਮੈਂ ਵਿਕਾਰ ਆਓ ਵਿਕਾਰ ਘਾਤ ਹੈ। ਭਾਵ ਕਹਿੰਦੇ ਜੇ ਦੁੱਧ ਦੇ ਵਿੱਚ ਥੋੜ੍ਹੀ ਕਾਂਜੀ ਖਟਾਸ ਪਾ ਦੀ ਫਟ ਜਾਂਦਾ ਹੈ, ਇੱਕ ਬੀਜ ਦੇ ਨਾਲ ਬੋੜ ਬਣ ਜਾਂਦਾ ਹੈ, ਇੱਕ ਥੋੜ੍ਹੀ ਜਿਹੀ ਚੰਗਿਆਰੀ ਦੇ ਨਾਲ ਸਾੜਾ ਸਵਾਹ ਹੋ ਜਾਂਦਾ ਹੈ। ਇਸੇ ਪ੍ਰਕਾਰ ਥੋੜ੍ਹੀ ਜਿਹੀ ਜ਼ਹਿਰ ਚੱਲ ਜੇ ਬੰਦਾ ਮਰ ਜਾਂਦਾ, ਅੰਮ੍ਰਿਤ ਮਿਲ ਜੇ ਜੀਵ ਪੈਂਦਾ ਹੈ। ਇਸੇ ਪ੍ਰਕਾਰ ਦੇ ਕੁਝ ਪਲ ਮਨੁੱਖ ਨੂੰ ਸਾਧੂ ਦੀ ਸੰਗਤ ਮਿਲ ਜਾਏ ਅਤੇ ਉਹਦੇ ਵੱਡੇ ਤੋਂ ਵੱਡੇ ਜੀਵਨ ਦਾ ਵੀ ਉਧਾਰ ਹੋ ਜਾਂਦਾ ਹੈ। ਇਸੇ ਕਰ ਗੁਰਬਾਣੀ ਵਿੱਚ ਇੱਕ ਜਗ੍ਹਾ ਵਾਕ ਆਉਂਦੇ ਹਨ, ਸੁਣ ਸਾਖੀ ਮਨ ਜਪ ਪਿਆਰ, ਅਜਾ ਮਲ ਉਦਰਿਆ ਕਹਿ ਏਕ ਬਾਰ, ਬਾਲ ਮੀਕੈ ਹੋਆ ਸਾਧ ਸੰਗ ਤਰੂ ਕੋ ਮਿਲਿਆ ਹਰ ਨਿਸੰਗ। ਇਸੇ ਪ੍ਰਕਾਰ ਕਿ ਜਿਨ੍ਹਾਂ ਦਾ ਗੁਰਬਾਣੀ ਜ਼ਿਕਰ ਆਉਂਦਾ, ਅਜਾ ਮਲ ਨੂੰ ਇੱਕ ਦਫਾ ਸਾਧ ਦੀ ਸੰਗਤ ਮਿਲੀ ਸੀ, ਵੇਸਵਾ ਗਨਕਾ ਸੀ,
ਇੱਕ ਰਾਤ ਉਹਨੇ ਉੱਤਮ ਪੁਰਖਾਂ ਦੀ ਸੰਗਤ ਕੀਤੀ ਸੀ। ਇਸੇ ਪ੍ਰਕਾਰ ਬਾਲਮੀਕ ਬਟਵਾਰੇ ਵਰਗੇ ਸਨ। ਇੱਕ ਦਫਾ ਮਹਾਤਮਾ ਦੀ ਸੰਗਤ ਮਿਲੀ ਸੀ ਅਤੇ ਉਹਦੇ ਜੀਵਨ ਦਾ ਕਲਿਆਣ ਹੋ ਗਿਆ ਸੀ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਕਿਤੇ ਕਸ਼ਟ ਝਾਲ ਕੇ ਵੀ, ਭਾਵ ਕਿ ਜਿਵੇਂ ਬੜੀ ਦੂਰੀ ਤੈਅ ਕਰਕੇ, ਹੁਣ ਕਈ ਮਨੁੱਖ ਗੁਰੂ ਘਰ, ਮੈਨੂੰ ਕੱਲ੍ਹ ਹੀ ਇਸ ਗੱਲ ਦਾ ਬੋਧ ਹੋਇਆ ਕਿ ਉਹ ਇਸ ਕਰਕੇ ਨਹੀਂ ਆ ਰਹੇ ਪਿਛਲੇ ਮਹੀਨਿਆਂ ਤੋਂ ਕਿ ਦੂਰੀ ਬੜੀ ਹੈ। ਵੱਡਾ ਸੰਕਟ ਤਾਂ ਕੀ ਝੱਲਣਾ, ਦੂਰੀ ਦਾ ਸਫ਼ਰ ਨਹੀਂ ਝੱਲ ਰਹੇ। ਤਾਂ ਇੱਥੋਂ ਵੀ ਹੈਰਾਨਗੀ ਆਉਂਦੀ। ਅਤੇ ਹੋਣਹਾਰ ਸੋ ਹੋਏ ਹੈ ਕਿ ਜੇ ਤਮਾਮ ਕਸ਼ਟ ਝੱਲ ਕੇ ਵੀ ਗੁਰੂ ਦੀ ਸ਼ਰਨ ਪ੍ਰਾਪਤ ਹੁੰਦੀ ਹੈ ਅਤੇ ਤਾਂ ਵੀ ਕੋਈ ਔਖੀ ਗੱਲ ਨਹੀਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰ ਸਾਖਤ ਸੰਗ ਨਾ ਜਾਓ, ਪਰ ਫਿਰ ਵੀ ਸਾਖਤ ਪੁਰਸ਼ ਦੀ ਸੰਗਤ ਨਹੀਂ ਕਰਨੀ ਚਾਹੀਦੀ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ 2 ਸ਼ਲੋਕਾਂ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗੁਰਬਾਣੀ 'ਚ ਇੱਕ ਵਾਕ ਹੈ, ਸੁਨ ਉਪਦੇਸ਼ ਹਿਰਦੈ ਵਸਾਓ। ਜਿਸ ਨੇ ਕਥਿਆ ਉਹ ਖੁਦ ਵੀ ਸੁਣ ਕੇ ਵਸਾਵੇ, ਜਿਨ੍ਹਾਂ ਨੇ ਸੁਣਿਆ ਉਹ ਵੀ ਸੁਣ ਕੇ ਆਪਣੇ ਹਿਰਦੇ ਅੰਦਰ ਵਸਾਉਣ। ਪਹਿਲਾਂ ਆਪਣੀ ਪਿਆਸ ਤ੍ਰਿਪਤ ਕਰਨ, ਫਿਰ ਪਿਆਸ ਦੂਜੇ ਦੀ ਤ੍ਰਿਪਤ ਕਰਨ ਦਾ ਯਤਨ ਕਰਨ। ਸਤਿਗੁਰੂ ਕਿਰਪਾ ਕਰਨ ਐਸਾ ਉੱਤਮ ਜੀਵਨ ਜਿਹੜਾ ਗੁਰੂ ਆਸ਼ੇ ਦੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਵੇ। ਕਿਉਂਕਿ ਗੁਰਬਾਣੀ 'ਚ ਵਾਕ ਹੁੰਦਾ, ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ। ਅਸੀਂ ਰੋਜ਼ਾਨਾ ਸ਼ਬਦ ਵਰਤਦੇ, ਸ਼ਬਦ ਵਿਚਾਰ। ਉਹਦਾ ਇੱਕ ਦਿਨ ਮੈਂ ਵਾਚਣ ਦੀ ਕੋਸ਼ਿਸ਼ ਕੀਤੀ ਕਿ ਵਿਚਾਰ ਕੀ ਹੁੰਦਾ ਹੈ। ਉਹਦੇ ਵਿੱਚੋਂ ਗੱਲ ਸਮਝ ਆਈ ਕਿ ਜਦੋਂ ਅਸੀਂ ਕਿਸੇ ਸ਼ਬਦ ਦਾ ਪੂਰਾ ਗਿਆਨ ਸਰਵਣ ਕਰ ਲੈਂਦੇ ਹਾਂ, ਕਿ ਜਿਵੇਂ ਲੋਭ ਹੈ ਜਾਂ ਸਿਮਰਨ ਕੀ, ਇਹਦੇ ਬਾਰੇ ਬੜਾ ਲੈਕਚਰ ਸੁਣ ਲਿਆ, ਉਸ ਤੋਂ ਬਾਅਦ ਉਹ ਸਾਰਾ ਗਿਆਨ ਸਾਡੇ ਆਚਾਰ ਦੇ ਵਿੱਚ, ਸਾਡੀ ਪ੍ਰੈਕਟਿਸ ਦੇ ਵਿੱਚ ਢਲ ਜਾਏ, ਉਹਨੂੰ ਵਿਚਾਰ ਕਹਿੰਦੇ ਹਨ। ਇਸ ਪ੍ਰਕਾਰ ਗੁਰੂ ਕਿਰਪਾ ਕਰਨ ਸ਼ਬਦ ਵਿਚਾਰ ਦੇ ਅਨੁਸਾਰ ਸਾਡੇ ਜੀਵਨ ਦੀ ਸਾਧਨਾ ਬਣ ਜਾਵੇ। ਸਾਡਾ ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਭਾਵੇਂ ਲੜੀਵਾਰ ਬਾਣੀ ਦੀ, ਲੜੀਵਾਰ ਸ਼ਲੋਕਾਂ ਦੀ ਆਪ ਜੀ ਦੇ ਨਾਲ ਵਿਆਖਿਆ ਦੀ ਸਾਂਝ ਪਾਉਂਦਿਆਂ, ਸੇਵਾ ਰੂਪ ਦੇ ਵਿੱਚ ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।